ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਹਾਓ। ਖੇਤ ਜੋ ਮੰਡਿਓ ਸੂਰਮਾ ਅਬ ਜੂਝਨ ਕਉ ਦਾਓ। ਜੋ ਤਉ ਪ੍ਰੇਮ ਖਿਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਚੈ ਸਿਰ ਦੀਜੈ ਕਾਣ ਨਾ ਕੀਜੈ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛਾਡੈ ਖੇਤ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੇ ਮਹੱਲਾ ਪੰਜਵਾ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ। ਚਰਨ ਧੂੜ ਤੇਰੇ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ। ਮੇਰੇ RAM ਰਾਏ ਜਿਉ ਰਾਖੋ ਤਿਉ ਰਹੀਐ। ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਹੀਐ ਰਹਾਉ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੈ। ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਹੈ। ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ। ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ। ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜੇ ਤੁਮੈ ਦੁਆਰੇ ਆਇਆ। ਨਾਨਕ ਕੋ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ। ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜੇ ਤੁਮਰੇ ਦੁਆਰੇ ਆਇਆ। ਨਾਨਕ ਕੋ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ ਅੰਤਰਜਾਮੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਹੋ ਰਹੀ ਹੈ। ਸੰਧਿਆ ਦੇ ਵਕਤ ਆਪ ਗੁਰਸਿੱਖ ਮਾਈ ਭਾਈ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ। ਸੋਦਾ ਰਹਿਰਾਜ ਸਾਹਿਬ ਜੀ ਦੇ ਜਾਪ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਾ ਰਾਗੀ ਭਾਈ ਬਲਵਿੰਦਰ ਸਿੰਘ, ਉਹਨਾਂ ਦੇ ਜਥੇ ਦੇ ਪਾਸੋਂ ਬੜੇ ਪਿਆਰ ਦੇ ਨਾਲ ਤੁਰਕੀ ਗੁਰਬਾਣੀ ਦਾ ਸ਼ਬਦ ਕੀਰਤਨ ਸੰਗਤ ਰੂਪ ਦੇ ਅੰਦਰ ਸੁਣਨਾ ਕੀਤਾ ਹੈ। ਜਿੱਥੇ ਅੱਜ ਮਹਾਨ ਸ਼ਹੀਦੀ ਘੱਲੂਘਾਰਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਮਨਾ ਰਹੀਆਂ ਨੇ। ਕਿਵੇਂ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਮਹਾਂਪੁਰਖਾਂ ਦੀ ਅਗਵਾਈ ਦੇ ਅੰਦਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਰਨਲ ਸ਼ੁਭੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਅਤੇ ਹੋਰ ਮਹਾਨ ਸੂਰਬੀਰ ਯੋਧਿਆਂ ਨੇ ਕਿਵੇਂ ਹਿੰਦ ਦੀ ਜ਼ਾਲਮ ਸਰਕਾਰ ਦੀਆਂ ਫੌਜਾਂ ਦੇ ਨਾਲ ਮੁਕਾਬਲਾ ਕੀਤਾ। ਇਹ ਵਿਚਾਰ ਆਪਾਂ ਕਰਨੀ ਹੈ। ਨਾਲ ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਵੀ ਉਦੋਂ ਸਾਧ ਸੰਗਤ ਜੀ ਵਿੱਚ ਆਇਆ ਸੀ ਘੱਲੂਘਾਰੇ ਦੇ। ਪਰ ਇਹਨਾਂ ਸਰਕਾਰਾਂ ਦੀ ਇਹ ਗਿਣੀ ਮਿਨੀ ਸ਼ਾਸਤ ਸੀ। ਇਕੱਲੇ ਹਰਿਮੰਦਰ ਸਾਹਿਬ ਤੇ ਫੌਜਾਂ ਛੱਡ ਕੇ ਨਹੀਂ ਆਈਆਂ। ਪੰਜਾਬ ਦੇ ਅੰਦਰ 36 ਜਿਹੜੇ ਗੁਰੂ ਨਾਨਕ ਦੇ ਘਰ ਹੋਰ ਨੇ, ਉੱਥੇ ਵੀ ਆਰਮੀ ਲਾਈ ਗਈ, ਫੌਜ ਲਾਈ ਗਈ। ਗੁਰੂ ਕੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਘੱਲੂਘਾਰੇ ਤੋਂ ਪਹਿਲਾਂ ਜ਼ਿਲ੍ਹਾ ਮੋਗਾ ਦੇ ਅੰਦਰ ਅਸਥਾਨ ਹੈ ਬੀਬੀ ਕਾਹਨ ਕੌਰ ਜੀ ਦਾ। ਇਹ ਸਾਰੇ ਅਸਥਾਨ ਨੂੰ ਮਿਲਟਰੀ ਨੇ ਘੇਰਿਆ, ਗੋਲੀਆਂ ਚਲਾਈਆਂ। 3 ਸਿੱਖਾਂ ਦੀ ਸ਼ਹਾਦਤ ਹੋਈ। ਜਦੋਂ ਇਸ ਗੱਲ ਦਾ ਪਤਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਹੁਣਾਂ ਨੂੰ ਲੱਗਾ, ਮਹਾਂਪੁਰਖਾਂ ਨੇ ਸਾਰੇ ਸਿੰਘਾਂ ਨੂੰ ਕਿਹਾ, ਭਾਈ ਸਰਕਾਰ ਦੀ ਨੀਤੀ ਬਹੁਤੀ ਚੰਗੀ ਨਹੀਂ। ਕਿਸ ਦਿਨ ਤੋਂ ਇਹ ਧਰਮ ਯੁੱਧ ਮੋਰਚੇ ਦਾ ਨੀਂਹ ਪੱਥਰ ਰੱਖਿਆ, ਇਹ ਵੀ ਵਿਚਾਰਨ ਵਾਲੀ ਗੱਲ ਹੈ। ਜਦੋਂ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਹਨ, ਦਿੱਲੀ ਦੀ ਧਰਤੀ ਤੇ ਸਾਧ ਸੰਗਤ ਜੀ ਬਹੁਤ ਵੱਡਾ ਇਕੱਠ ਲਾਲ ਕਿਲੇ ਤੇ ਰੱਖਿਆ ਹੈ। ਉਹ ਇਕੱਠ ਕੀ ਹੈ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਸ਼ਤਾਬਦੀ ਦੇ ਰੂਪ ਅੰਦਰ ਮਨਾਇਆ ਜਾ ਰਿਹਾ ਹੈ। ਬਹੁਤ ਵੱਡਾ ਇਕੱਠ ਹੈ। ਪੰਜਾਬ ਦੀ ਸਮੁੱਚੀ ਲੀਡਰਸ਼ਿਪ, ਸਮੁੱਚੇ ਮਹਾਂਪੁਰਖ, ਦਿੱਲੀ ਦੇ, ਹਰਿਆਣੇ ਦੇ, ਪੰਜਾਬ ਦੇ ਗਰੀਬ ਨਵਾਜ ਜੀ ਦਾ ਪ੍ਰਕਾਸ਼ ਹੈ। ਜਿਸ ਵਕਤ ਹਿੰਦ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਆਉਂਦੀ ਹੈ, ਵੱਡੇ ਵੱਡੇ ਲੀਡਰ ਜਿਹੜੇ ਨੇ ਖੜੇ ਹੋ ਜਾਂਦੇ ਹਨ। ਖੜੇ ਹੋਣ ਤੋਂ ਬਾਅਦ ਜਦੋਂ ਆਉਂਦੀ ਹੈ, ਸਪੀਚ ਦਿੰਦੀ ਹੈ,
ਕਿ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਸ਼ਹਾਦਤ ਬਹੁਤ ਵੱਡੀ ਹੈ। ਅਸੀਂ ਬਹੁਤ ਵੱਡੇ ਪੱਧਰ ਤੇ ਮਨਾ ਰਹੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਸ਼ਹਾਦਤ ਤਿਲਕ ਤੇ ਜੰਝੂ ਦੀ ਰੱਖਿਆ ਵਾਸਤੇ ਹੋਈ। ਸਪੀਚ ਹੋਈ ਤੇ ਮਹਾਂਪੁਰਖਾਂ ਨੇ ਧਾਰਨਾ ਪੜ੍ਹੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਬਹੁਤ ਵੱਡੇ ਇਕੱਠ ਦੇ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਸਟੇਜ ਤੇ, ਸਮੁੱਚੀ ਲੀਡਰਸ਼ਿਪ ਤੇ ਮਹਾਂਪੁਰਖ ਕਹਿਣ ਲੱਗੇ ਕਿ ਜਿੰਨੇ ਤੁਹਾਡੇ ਸਰੀਰਾਂ ਦੇ ਰੋਮ ਹਨ, ਇੰਨੀ ਵਾਰ ਤੁਸੀਂ ਕੁਰਬਾਨੀ ਦੇ ਦਿਓ ਗੁਰੂ ਤੇਗ ਬਹਾਦਰ ਸਾਹਿਬ ਦੀ, ਤੁਸੀਂ ਦੇਣ ਜਿਹੜਾ ਹੈ ਦੇ ਨਹੀਂ ਸਕਦੇ। ਦੂਸਰੀ ਗੱਲ, ਮਹਾਂਪੁਰਖ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਕੋਈ ਵੀ ਮਨੁੱਖ ਵੱਡਾ ਨਹੀਂ। ਤੁਸੀਂ ਖੜੇ ਹੋ ਕੇ ਗਰੀਬ ਨਵਾਜ਼ ਜੀ ਦੀ ਨਿਰਾਦਰੀ ਕੀਤੀ ਹੈ। ਜਦੋਂ ਇਹ ਬੋਲ ਬੋਲੇ, ਬੀਬੀ ਇੰਦਰਾ ਗਾਂਧੀ ਕਹਿਣ ਲੱਗੀ ਕੌਣ ਨੇ, ਇਹਨਾਂ ਨੂੰ ਨਗਾ ਦਿਓ। ਕਹਿਣ ਲੱਗੇ ਨਹੀਂ, ਇਹ ਟਕਸਾਲ ਦੇ ਮੁਖੀ ਹਨ। ਇਸ ਤੋਂ ਬਾਅਦ ਐਮਰਜੈਂਸੀ ਲੱਗੀ। ਐਮਰਜੈਂਸੀ ਦੇ ਅੰਦਰ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਹੁਣਾਂ ਨੇ 17 ਜਿਹੜੇ ਜਲੂਸ ਹਨ, ਨਗਰ ਕੀਰਤਨ ਹਨ, ਕੱਢੇ ਹਨ। ਇਸ ਤੋਂ ਬਾਅਦ ਸੰਤ ਗਿਆਨੀ ਕਰਤਾਰ ਸਿੰਘ ਜੀ ਹੁਣਾਂ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਣਦੇ ਹਨ। ਮਹਾਂਪੁਰਖਾਂ ਨੇ ਕੁਝ ਮੰਗਾਂ ਰੱਖੀਆਂ, ਜਿਸ ਮੰਗਾਂ ਦਾ ਨਾਮ ਸੀ ਅਨੰਦਪੁਰ ਸਾਹਿਬ ਦਾ ਮਤਾ। ਪਹਿਲੀ ਮੰਗ ਇਹ ਸੀ ਕਿ ਜਿਹੜੇ 1947 ਦੇ ਅੰਦਰ ਦੇਸ਼ ਦੀ ਵੰਡ ਹੋਈ, ਉਦੋਂ ਵੀ ਪੰਜਾਬ ਦੀ ਜਿਹੜੀ ਹਿੱਕ ਚੀਰ ਦਿੱਤੀ ਗਈ। ਲਹਿੰਦਾ ਪੰਜਾਬ ਦੇ 18 ਜਿਹੜੇ ਜ਼ਿਲ੍ਹੇ ਸਨ, ਉਹ ਪੰਜਾਬ ਤੋਂ ਵੱਖਰੇ ਕਰ ਦਿੱਤੇ ਗਏ। 1947 ਵੇਲੇ ਸਿੱਖਾਂ ਦੀਆਂ 95% ਸ਼ਹਾਦਤਾਂ ਹੋਈਆਂ। ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਪੰਜਾਬੀ ਬੋਲਦੇ ਇਲਾਕੇ ਨੇ ਉਹ ਪੰਜਾਬ ਨੂੰ ਦਿੱਤੇ ਜਾਣ। ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਨੇ, ਉੱਥੇ ਵੱਡੇ ਵੱਡੇ ਸਮਾਗਮ ਹੋਣ। ਇਸ ਤੋਂ ਇਲਾਵਾ ਜਿਹੜੇ ਪੰਜਾਬ ਦੀ ਨੌਜਵਾਨੀ ਹੈ, ਪੜ੍ਹਦੀ ਹੈ, ਉਹਦੇ ਵਾਸਤੇ ਭੱਤੇ ਦਿੱਤੇ ਜਾਣ। ਪੰਜਾਬ ਦਾ ਪਾਣੀ ਜਿਹੜਾ ਹੈ ਉਹ ਫ੍ਰੀ ਜਾਂਦਾ ਹੈ, ਉੱਤੇ ਟੈਕਸ ਲੱਗੇ। ਇਤਿਆਦਿਕ ਮਹਾਂਪੁਰਖਾਂ ਨੇ ਮੰਗਾਂ ਰੱਖੀਆਂ। ਸਾਧ ਸੰਗਤ ਜੀ, ਜਦੋਂ 47 ਵੇਲੇ ਵੰਡ ਹੋਈ, ਉਦੋਂ ਅੰਗਰੇਜ਼ਾਂ ਨੇ ਗੱਲ ਕਹੀ ਸੀ ਕਿ 3 ਪ੍ਰਾਂਤ ਹੋਣੇ ਚਾਹੀਦੇ ਨੇ, ਜਿਵੇਂ ਜਨਾਹ। ਦੂਸਰੇ ਨੰਬਰ ਤੇ ਸਿੱਖਾਂ ਦਾ ਜਿਹੜਾ ਮੋਢੀ ਸੀ ਉਹ ਸੀ ਭਾਈ ਬਲਦੇਵ ਸਿੰਘ। ਹਿੰਦੂਆਂ ਦਾ ਮੋਢੀ ਸੀ ਨਹਿਰੂ। ਕਿ ਹਿੰਦੂ, ਮੁਸਲਮਾਨ, ਸਿੱਖ, ਮੁਸਲਮਾਨਾਂ ਦਾ ਰਾਜ ਵੱਖਰਾ, ਸਿੱਖਾਂ ਦਾ ਰਾਜ ਵੱਖਰਾ, ਹਿੰਦੂਆਂ ਦਾ ਰਾਜ ਵੱਖਰਾ। ਪਰ ਉੱਥੇ ਵੀ ਇਸ ਪਰਿਵਾਰ ਦੀ ਕੁਟਲ ਨੀਤੀ ਸਿੱਖਾਂ ਨੂੰ ਆਪਣੀ ਗੱਲਾਂ ਦੇ ਵਿੱਚ ਲਿਆ ਕਿ ਪਹਿਲਾਂ ਦੇਸ਼ ਆਪਾਂ ਵੱਖਰਾ ਰੱਖੀਏ, ਤੁਹਾਡੀਆਂ ਜੋ ਮੰਗਾਂ ਹੋਣਗੀਆਂ ਅਸੀਂ ਮੰਗਾਂਗੇ। 47 ਤੋਂ ਬਾਅਦ 53 ਆ ਗਈ, 53 ਤੋਂ ਬਾਅਦ 56 ਆ ਗਈ, ਤੇ ਸਾਫ਼ ਜਿਹੜੇ ਨੇ ਮੁੱਕਰ ਗਏ ਨੇ। ਨਾ ਸਾਡੇ ਕੋਲ ਰਾਜਧਾਨੀ। ਫਿਰ ਪੰਜਾਬ ਸੂਬੇ ਦੇ ਵਾਸਤੇ ਮੋਰਚਾ ਲੱਗਾ। ਫਿਰ ਪੰਜਾਬ ਦੀ ਹਿੱਕ ਚੀਰ ਦਿੱਤੀ ਗਈ। ਹਰਿਆਣਾ ਵੱਖਰਾ ਕਰ ਦਿੱਤਾ, ਗੰਗਾਨਗਰ ਵੱਖਰਾ ਕਰ ਦਿੱਤਾ ਗਿਆ, ਹਰਿਆਣਾ ਵੱਖਰਾ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਹੁਣ ਤੇ ਜਿਹੜੀ ਚੰਡੀਗੜ੍ਹ ਰਾਜਧਾਨੀ ਸੀ ਉਹ ਵੀ ਖੋਹ ਲਈ ਗਈ। ਦੂਸਰੇ ਪਾਸੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਹੁਣਾਂ ਨੇ ਡਟ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਨੌਜਵਾਨਾਂ ਦੇ ਅੰਦਰ ਬੜਾ ਜੋਸ਼ ਹੈ, ਜਜ਼ਬਾ ਹੈ। ਇੰਦਰਾ ਗਾਂਧੀ ਨੇ ਨਿਰੰਕਲੀ ਜਿਹੜਾ ਨਿਰੰਕਾਰੀ ਉਹ ਪੈਦਾ ਕੀਤਾ, ਗੁਰੂ ਸਾਹਿਬਾਨਾਂ ਦੀ ਬਰਾਬਰੀ ਕਰਦਾ ਹੈ। ਕਹਿਣ ਲੱਗਾ ਮੈਂ ਹੀ ਗੁਰੂ ਹਾਂ। ਤੇ ਸਾਧ ਸੰਗਤ ਜੀ, ਵਿਸਾਖੀ ਵਾਲੇ ਦਿਨ ਉਹਨੇ ਬਹੁਤ ਵੱਡਾ ਇਕੱਠ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰੱਖਿਆ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਹੁਣਾਂ ਨੇ ਵੰਗਾਰਿਆ
5 ਸਿੱਖਾਂ ਦਾ ਹੁਕਮ ਕਿ ਆਪ ਜੀ ਨਹੀਂ ਜਾਓਗੇ। 13 ਜਿਹੜੇ ਸਿੰਘ ਗਏ ਨੇ ਸਮਾਗਮ ਨੂੰ ਰੋਕਣ ਵਾਸਤੇ। ਪੰਜਾਬ ਸਰਕਾਰ ਦੀ ਨਾਲ ਸਿਆਸਤ ਤੇ ਨਿਰੰਕਾਰੀਆਂ ਦੇ ਜਿਹੜੇ ਗਨਮੈਨ ਸੀ, ਉਹਨਾਂ 13 ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੰਦੇ ਨੇ। ਇਸ ਤੋਂ ਬਾਅਦ ਮਹਾਂਪੁਰਖਾਂ ਨੇ ਸਪੀਚ ਦਿੱਤੀ ਕਿ ਅਸੀਂ ਇਹਦੇ ਪ੍ਰਚਾਰ ਦਾ ਡਟ ਕੇ ਮੁਕਾਬਲਾ ਕਰਾਂਗੇ, ਤੇ ਮਹਾਂਪੁਰਖਾਂ ਨੇ ਡਟ ਕੇ ਮੁਕਾਬਲਾ ਕੀਤਾ। ਨਿਰੰਕਾਰੀਏ ਨੂੰ ਗੱਡੀ ਚੜਾਇਆ। ਦੂਸਰੇ ਪਾਸੇ ਜਿਹੜੇ ਮਹਾਂਪੁਰਖਾਂ ਦੇ ਨਾਲ ਸਨ, ਉਹੀ ਜਾ ਕਰਕੇ ਸਰਕਾਰ ਨੂੰ ਕਹਿੰਦੇ ਸਨ ਕਿ ਆਪ ਜੀ ਤੈਅ ਕਰੋ। ਸਮਾਂ ਆਪਣੀ ਚਾਲ ਚੱਲਿਆ। ਜਿਹੜੀ ਹਿੰਦ ਸਰਕਾਰ ਦੀ ਚਾਲ ਸੀ, ਇੱਕਦਮ ਤੈਅ ਕਰਨ ਦੀ ਨਹੀਂ ਬਣੀ। ਪਹਿਲਾਂ ਯੂਪੀ ਦੇ ਇਲਾਕੇ ਅੰਦਰ ਦਰਬਾਰ ਸਾਹਿਬ ਦਾ ਮਾਡਲ ਬਣਿਆ, ਸ੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਬਣਿਆ। ਹਿੰਦ ਦੀਆਂ ਜਿਹੜੀਆਂ ਫੌਜਾਂ ਨੇ, ਆਰਮੀ ਦੀਆਂ, ਉਹਨੂੰ ਟ੍ਰੇਨਿੰਗ ਦਿੱਤੀ ਗਈ। ਉਸ ਤੋਂ ਬਾਅਦ ਸਮਾਂ ਆ ਗਿਆ 1983 ਦਾ। 83 ਤੋਂ ਅੱਗੇ 84 ਹੈ। 84 ਦੇ ਮਈ ਮਹੀਨੇ ਅੰਦਰ ਫੌਜਾਂ ਜਿਹੜੀਆਂ ਨੇ ਅਖੀਰਲੇ ਹਫ਼ਤੇ ਅੰਦਰ ਪੰਜਾਬ ਵੱਲ ਆ ਰਹੀਆਂ ਨੇ। ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਡੀਸੀ ਹੈ ਸਰਦਾਰ ਗੁਰਦੇਵ ਸਿੰਘ ਬਰਾੜ। ਇੱਕ ਫੌਜ ਦਾ ਅਫਸਰ ਹੈ ਪੰਧੇਰ, ਕੁਲਦੀਪ ਬਰਾੜ ਆਉਂਦਾ ਹੈ। ਜਨਰਲ ਸੁੰਦਰ ਜੀ ਆਉਂਦੇ ਨੇ, ਜਨਰਲ ਦਿਆਲ ਜੀ ਆਉਂਦੇ ਨੇ। ਇਹ ਸਾਰੇ ਜਿਹੜੇ ਫੌਜਾਂ ਦੇ ਅਫਸਰ ਨੇ। ਕੁਲਦੀਪ ਬਰਾੜ ਵੀ ਪਹੁੰਚਦਾ ਹੈ। ਪੰਧੇਰ ਹੁਣਾਂ ਨੂੰ ਪੁੱਛਦਾ ਹੈ ਕਿ ਜੇ ਅਸੀਂ ਫੌਜਾਂ ਦੇ ਨਾਲ ਹਮਲਾ ਕਰੀਏ ਤੇ ਸੰਤ ਜਰਨੈਲ ਸਿੰਘ ਕਿੰਨੇ ਕੁ ਸਮੇਂ ਦੇ ਅੰਦਰ ਆਪਣੇ ਆਪ ਨੂੰ, ਸਰੀਰ ਨੂੰ ਸਮਰਪਿਤ ਕਰ ਦੇਣਗੇ? ਪੰਧੇਰ ਕਹਿਣ ਲੱਗਾ, ਨਹੀਂ, ਮੈਂ ਉਹਨਾਂ ਦੀ ਵਿਚਾਰ ਸੁਣੀ ਹੈ। ਜਿਹੜੇ ਬੋਲ ਉਹਨਾਂ ਦੀ ਜੀਭਾਂ ਤੋਂ ਨਿਕਲ ਗਏ ਨੇ, ਉੱਤੇ ਡਟ ਕੇ ਮੁਕਾਬਲਾ ਕਰਨਗੇ। ਇਹ ਤੁਹਾਨੂੰ ਭੁਲੇਖਾ ਹੈ ਕਿ ਤੁਸੀਂ ਮਸ਼ੀਨ ਗੰਨਾਂ ਦੇ ਨਾਲ, ਟੈਂਕਾਂ ਦੇ ਨਾਲ, ਗੋਲਿਆਂ ਦੇ ਨਾਲ ਹਮਲਾ ਕਰੋਗੇ। ਪੰਧੇਰ ਨੇ ਇਹ ਵੀ ਗੱਲ ਕਹੀ ਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਬੜੇ ਹੋਰ ਹੱਲ ਨੇ, ਬੜੇ ਢੰਗ ਨੇ, ਤਰੀਕੇ ਨੇ। ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਨਾ ਕਰੋ। ਫਿਰ ਸਰਦਾਰ ਗੁਰਦੇਵ ਸਿੰਘ ਬਰਾੜ ਜਿਹੜਾ ਡੀਸੀ ਹੈ, ਉਸਨੂੰ ਕੁਲਦੀਪ ਬਰਾੜ ਪੁੱਛਦਾ ਹੈ। ਉਹ ਕਹਿਣ ਲੱਗਾ, ਸੰਤ ਜਰਨੈਲ ਸਿੰਘ ਜੀ ਆਤਮ ਸਮਰਪਿਤ ਨਹੀਂ ਕਰਨਗੇ। ਦੂਜੀ ਗੱਲ, ਤੁਹਾਨੂੰ ਇਹ ਵੀ ਭੁਲੇਖਾ ਹੈ ਕਿ ਅਸੀਂ ਫੌਜਾਂ ਤੇ ਬੰਬਾਂ ਦੇ ਨਾਲ, ਟੈਂਕਾਂ ਦੇ ਨਾਲ, ਮਸ਼ੀਨ ਗੱਲਾਂ ਨਾਲ ਉਹਨਾਂ ਨੂੰ ਖਤਮ ਕਰ ਲਵਾਂਗੇ। ਇਹ ਤੁਹਾਨੂੰ ਬਹੁਤ ਵੱਡਾ ਵਹਿਮ ਹੈ। ਇੱਥੇ ਜਿਹੜਾ ਕੁਲਦੀਪ ਬਰਾੜ ਹੈ, ਇਹਨਾਂ ਸਾਰਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਫੌਜਾਂ ਦੇ ਹੌਸਲੇ ਨੂੰ ਤੋੜਦੇ ਹੋ। ਫਿਰ ਸਰਦਾਰ ਗੁਰਦੇਵ ਸਿੰਘ ਡੀਸੀ ਨੂੰ ਕਿਹਾ, ਤੁਸੀਂ ਸਾਈਨ ਕਰੋ, ਅਸੀਂ ਤੋਪਾਂ ਨੂੰ, ਫੌਜਾਂ ਨੂੰ ਅੰਦਰ ਵਾੜਨਾ ਹੈ। ਪਹਿਲਾਂ ਪੰਧੇਰ ਨੇ ਜਵਾਬ ਦਿੱਤਾ ਕਿ ਮੈਂ ਸਿੱਖ ਹਾਂ ਤੇ ਸਿੱਖਾਂ ਦੇ ਵਾਸਤੇ ਕੇਂਦਰੀ ਸਥਾਨ ਦਰਬਾਰ ਸਾਹਿਬ ਹੈ, ਮੈਂ ਸਾਈਨ ਨਹੀਂ ਕਰਾਂਗਾ। ਡੀਸੀ ਸਰਦਾਰ ਗੁਰਦੇਵ ਸਿੰਘ ਬਰਾੜ ਨੇ ਕਿਹਾ, ਮੈਂ ਵੀ ਸਾਈਨ ਨਹੀਂ ਕਰਾਂਗਾ। ਮੁੱਕਦੀ ਗੱਲ ਹੈ, ਸਾਰੀ ਵਿਉਂਤਬੰਦੀ ਹੋਈ। ਸੈਂਟਰ ਸਰਕਾਰ ਦੀ ਸ਼ਹਿ ਹੈ। 1 ਜੂਨ ਦਾ ਦਿਨ ਆ ਗਿਆ। 1 ਜੂਨ ਨੂੰ ਸਾਰੇ ਪਾਸੇ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੇ 4 ਚੁਫੇਰੇ ਜਿਹੜੀਆਂ ਵੱਡੀਆਂ ਇਮਾਰਤਾਂ ਨੇ, ਉੱਥੇ ਫੌਜਾਂ ਨੇ ਮੋਰਚਾਬੰਦੀ ਕੀਤੀ ਹੈ। 1 ਜੂਨ ਨੂੰ 4 ਵਜੇ ਤੋਂ ਲੈ ਕੇ ਤਕਰੀਬਨ 7 ਵਜੇ ਤੱਕ ਫਾਇਰਿੰਗ ਹੋਈ ਹੈ। ਉਸ ਵਕਤ ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ, ਹੋਰ ਜਿਹੜੇ ਜਥੇ ਦੇ ਸਿੰਘ ਹਨ, ਇਹ ਗੁਰੂ ਰਾਮਦਾਸ ਜਿੱਥੇ ਲੰਗਰ ਸਾਹਿਬ ਹੈ ਉੱਪਰਲੀ ਇਮਾਰਤ ਵਿੱਚ ਹਨ। ਤੇ ਮਹਾਂਪੁਰਖਾਂ ਨੇ ਹੁਕਮ ਕੀਤਾ ਕਿ ਕਿਸੇ ਵੀ ਸਿੰਘ ਨੇ ਮੋਰਚਿਆਂ ਦੇ ਵਿੱਚ ਬੈਠ ਜਾਓ, ਕਿਸੇ ਨੇ ਫਾਇਰਿੰਗ ਦੇ ਕੇ ਜਵਾਬ ਨਹੀਂ ਦੇਣਾ। ਤਕਰੀਬਨ ਸਾਧ ਸੰਗਤ ਜੀ ਇਹ 3-4 ਘੰਟੇ ਫਾਇਰਿੰਗ ਚੱਲੀ। ਕਿਸੇ ਵੀ ਸਿੰਘ ਨੇ ਮੁੜ ਕਰਕੇ ਜਵਾਬ ਨਹੀਂ ਦਿੱਤਾ। ਜਦੋਂ ਸ਼ਾਮ ਹੋਈ,
ਇਹਨਾਂ ਦੀ ਸੋਚ ਇਹ ਸੀ ਕਿ ਗੁਰੂ ਰਾਮਦਾਸ ਜਿਹੜਾ ਲੰਗਰ ਹੈ ਉੱਤੇ ਹਮਲਾ ਕਰਿਓ, ਗੁਰੂ ਰਾਮਦਾਸ ਜਿਹੜੀ ਸਰਾਂ ਹੈ, ਪੁਰਾਤਨ ਸਰਾਂ, ਉੱਥੇ ਹਮਲਾ ਕਰਿਓ, ਸਮੁੰਦਰੀ ਹਾਲ ਜਿਹੜਾ ਉੱਥੇ ਹਮਲਾ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਅੰਦਰ ਨੂੰ ਜਾਵਾਂਗੇ। ਗੋਲੀਆਂ ਵਰ ਰਹੀਆਂ ਨੇ, ਇੱਕੇਦਮ ਇਹਨਾਂ ਨੇ ਗੋਲਿਆਂ ਦੀ ਜ਼ਾਲਮਾਂ ਨੇ ਵਰਖਾ ਕੀਤੀ। ਬੱਬਰਾਂ ਦਾ ਸਭ ਤੋਂ ਪਹਿਲਾਂ ਸ਼ਹੀਦ ਹੁੰਦਾ ਹੈ ਭਾਈ ਮਹਿੰਗਾ ਸਿੰਘ, ਇੱਕ ਭਾਈ ਰਾਮ ਸਿੰਘ ਜੀ ਜੋ ਯੂਪੀ ਦੇ ਸਨ, ਜਥੇ ਦੇ ਸਿੰਘ ਸਨ, ਤੇ 7 ਜਿਹੜੇ ਸਨ ਉਹ ਸ਼ਰਧਾਲੂ ਸ਼ਹੀਦ ਹੋ ਗਏ 1 ਜੂਨ ਵਾਲੇ ਦਿਨ। ਮਹਾਂਪੁਰਖ ਲੰਗਰ ਹਾਲ ਤੋਂ ਸਿੰਘਾਂ ਦੇ ਸਮੇਤ ਜਾਂਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਗੋਲੀਆਂ ਦੀ ਵਰਖਾ ਹੋ ਰਹੀ ਹੈ, ਪਰ ਮਹਾਂਪੁਰਖ ਕਹਿੰਦੇ ਮਸਤੀ ਦੇ ਨਾਲ ਸਿੰਘਾਂ ਨਾਲ ਗੱਲਾਂ ਬਾਤਾਂ ਕਰਦੇ ਹੋਏ ਬਰਾਂਡਿਆਂ ਦੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦੇ ਹਨ। ਤੇ ਅੰਦਰੋਂ ਜਿਹੜੀ CID ਸੀ ਸਰਕਾਰ ਦੀ, ਉਹ ਇਹ ਕਹਿੰਦੀ ਹੈ ਕਿ ਸਿੰਘਾਂ ਦੇ ਪਾਸ ਦਨਾਲੀਆਂ ਹਨ, ਬਹੁਤੇ ਵੱਡੇ ਹਥਿਆਰ ਨਹੀਂ ਹਨ। ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਪਹੁੰਚੇ ਹਨ ਤੇ ਮਹਾਂਪੁਰਖਾਂ ਨੇ ਭਾਈ ਰਸਾਲ ਸਿੰਘ ਪੀਏ ਨੂੰ ਕਿਹਾ ਹੈ, ਰਿਸ਼ਪਾਲ ਸਿੰਘ ਪੀਏ ਨੂੰ, ਕਿ ਜਨਰਲ ਸ਼ਵੇਕ ਸਿੰਘ ਨੂੰ ਬੁਲਾ ਕੇ ਲਿਆਓ। ਭਾਈ ਅਮਰੀਕ ਸਿੰਘ, ਸਾਰੇ ਸਿੰਘ ਇਕੱਠੇ ਹੁੰਦੇ ਨੇ। ਮਹਾਂਪੁਰਖ ਕਹਿਣ ਲੱਗੇ, ਇੰਨੇ ਸਮੇਂ ਨੂੰ ਆ ਕੇ ਭਾਈ ਰਸਾਲ ਸਿੰਘ ਪੀਏ ਅਤੇ ਭਾਈ ਰਾਗੀ ਭਾਈ ਰਾਮ ਸਿੰਘ, ਰਾਗੀ ਭਾਈ ਸੁਰਜੀਤ ਸਿੰਘ, ਉਹਨਾਂ ਨੇ ਸੁਨੇਹਾ ਦਿੱਤਾ, ਮਹਾਂਪੁਰਖੋ ਰੇਡੂਏ ਤੇ ਖਬਰ ਆਈ ਹੈ ਕਿ ਸਾਰੇ ਪੰਜਾਬ ਅੰਦਰ ਕਰਫਿਊ ਲੱਗ ਗਿਆ ਹੈ। ਇੱਥੋਂ ਤੱਕ ਕਈ ਗੁਰਦੁਆਰਿਆਂ ਨੂੰ ਜਿਹੜਾ ਹੈ ਆਰਮੀ ਨੇ ਘੇਰ ਲਿਆ ਹੈ। ਮਹਾਂਪੁਰਖ ਕਹਿਣ ਲੱਗੇ ਕਿ ਸਾਨੂੰ ਤੇ ਸਮੇਂ ਦਾ ਪਹਿਲਾਂ ਹੀ ਪਤਾ ਸੀ ਕਿ ਜਿਹੜੀ ਹਿੰਦੀ ਸਰਕਾਰ ਹੈ ਉਹਦੀ ਨੀਅਤ ਸਿੱਖਾਂ ਦੇ ਵਾਸਤੇ ਕੋਈ ਬਹੁਤੀ ਚੰਗੀ ਨਹੀਂ। ਫਿਰ ਮਹਾਂਪੁਰਖਾਂ ਨੇ ਕਿਹਾ ਜਨਰਲ ਸ਼ਵੇਕ ਸਿੰਘ ਨੂੰ ਕਿ ਘੇਰਾਬੰਦੀ ਬਣਾਓ, ਕਿਉਂਕਿ 150 ਸਿੰਘਾਂ ਨੇ ਸਾਰੀ ਜਿਹੜੀ ਹਥਿਆਰ ਕਿਵੇਂ ਚਲਾਉਣਾ ਹੈ, ਮੋਰਚਾਬੰਦੀ ਕਿਵੇਂ ਕਰਨੀ ਹੈ, ਕਿਵੇਂ ਰਫਲਾਂ ਦਾ ਮੁਕਾਬਲਾ ਕਰਨਾ ਹੈ, ਗੋਲੀਆਂ ਦਾ ਮੁਕਾਬਲਾ ਕਰਨਾ ਹੈ, ਕਿਵੇਂ ਰੀਂਗ ਕਰਕੇ ਜਾਣਾ ਹੈ, ਉਦੋਂ ਕਿਵੇਂ ਹਥਿਆਰ ਰੱਖਣੇ ਹਨ, ਇਹ ਸਾਰੀ ਜਿਹੜੀ ਟ੍ਰੇਨਿੰਗ ਹੈ ਜਨਰਲ ਸ਼ਵੇਕ ਸਿੰਘ ਨੇ ਸਿੰਘਾਂ ਨੂੰ ਦਿੱਤੀ ਹੋਈ ਹੈ। ਮਹਾਂਪੁਰਖਾਂ ਨੇ ਕਿਹਾ ਕਿ ਸਾਰੇ ਸਿੰਘਾਂ ਨੂੰ ਸੁਚੇਤ ਕਰੋ। ਫਿਰ ਇਸ਼ਾਰਾ ਕੀਤਾ ਭਾਈ ਅਮਰੀਕ ਸਿੰਘ ਦੇ ਵੱਲ, ਕਹਿੰਦੇ ਸਾਰੇ ਸਿੰਘਾਂ ਦੇ ਜਿਹੜੇ ਚਿਹਰੇ ਸਨ ਉਹ ਦਗਦਗ ਕਰ ਰਹੇ ਸਨ। ਇਹ ਸਾਰੀ ਵਾਰਤਾ ਨੂੰ ਸੁਣ ਕੇ ਭਾਈ ਅਮਰੀਕ ਸਿੰਘ ਨੇ ਉੱਚੀ ਆਵਾਜ਼ ਅੰਦਰ ਜਕਾਰਾ ਛੱਡਿਆ। ਉਸ ਤੋਂ ਬਾਅਦ ਜਨਰਲ ਸ਼ਵੇਕ ਸਿੰਘ ਉਹਨਾਂ ਨੇ ਤੇ ਫਿਰ ਸਾਧ ਸੰਗਤ ਜੀ ਸਾਰੇ ਜਿਹੜੇ ਸਿੰਘ ਹਨ ਮੋਰਚਿਆਂ ਅੰਦਰ ਵੜ ਗਏ ਹਨ। 2 ਜੂਨ ਦਾ ਦਿਨ ਚੜ੍ਹਦਾ ਹੈ। ਇਸ ਤੋਂ ਪਹਿਲਾਂ ਕੁਲਦੀਪ ਬਰਾੜ ਕਹਿੰਦਾ ਅਸੀਂ 15 ਜਿਹੜੇ ਫੌਜੀ ਸਨ, ਸਿੱਖ ਫੌਜੀ, ਉਹ ਸੰਤ ਬਾਬਾ ਜਰਨੈਲ ਸਿੰਘ ਜੀ ਹੁਣਾਂ ਦੇ ਪਾਸ ਭੇਜੇ, ਵੱਡੇ ਵੱਡੇ ਪੈਕੇਜ ਸਰਕਾਰ ਦੇ ਕਰਕੇ। ਉਹ ਪਹਿਲਾ ਪੈਕੇਜ ਕੀ ਸੀ ਕਿ 1 ਅਰਬ ਅਮਰੀਕਾ ਡਾਲਰ ਤੁਹਾਡੇ ਖਾਤੇ ਵਿੱਚ ਪਾ ਦਿੰਦੇ ਹਾਂ। ਦੂਸਰਾ ਪੈਕੇਜ ਤੁਹਾਨੂੰ ਸੰਸਰ ਲਾ ਕੇ ਪੰਜਾਬ ਦਾ ਮੁੱਖ ਮੰਤਰੀ ਥਾਪ ਦਿੰਦੇ ਹਾਂ। ਪਰ ਹੈਰਾਨੀ ਦੀ ਗੱਲ ਇਹ, ਉਹ 15 ਜਿਹੜੇ ਫੌਜੀ ਸਨ ਵਾਪਸ ਨਹੀਂ ਆਏ। ਉਹ ਵੀ ਸੰਤਾਂ ਨਾਲ ਮਿਲ ਕਰਕੇ ਹਿੰਦੀ ਸਰਕਾਰ ਨਾਲ ਡਟ ਕੇ ਮੁਕਾਬਲਾ ਕੀਤਾ। 2 ਜੂਨ ਦਾ ਦਿਨ ਚੜ੍ਹਦਾ ਹੈ। ਫਿਰ ਸਾਧ ਸੰਗਤ ਜੀ 2 ਜੂਨ ਵਾਲੇ ਦਿਨ ਰਾਤ ਨੂੰ ਤਕਰੀਬਨ 2100 ਜਿਹੜੀਆਂ ਫੌਜਾਂ ਹਨ, ਉਹਨਾਂ ਨੂੰ ਕੁਲਦੀਪ ਬਰਾੜ ਕਹਿੰਦਾ ਸਾਨੂੰ ਹੁਕਮ ਹੋਇਆ ਪਿੱਛੋਂ ਕਿ ਜਿੱਥੇ ਘੰਟਾ ਘਰ ਹੈ ਉਸ ਪਾਸੇ ਦੀ ਉਤਰਨਗੀਆਂ। ਕੁਝ ਤਾਰੂ ਸਨ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾ ਕੇ ਤੇ ਡਿਉੜੀ ਦੇ ਕੋਲ ਜਾ ਕੇ ਸਿੱਧੇ ਅਕਾਲ ਤਖਤ ਨੂੰ ਘੇਰਾ ਪਾ ਲੈਣਗੇ। ਜਦੋਂ 2100 ਫੌਜੀ ਘੰਟਾ ਘਰ ਅੰਦਰੋਂ ਦਰਵਾਜ਼ੇ ਦੇ ਰਾਹੀਂ ਜਦੋਂ ਅੰਦਰ ਪ੍ਰਵੇਸ਼ ਕਰਦੇ ਨੇ, ਇੱਕੇਦਮ ਗੋਲੀਆਂ ਦੀ ਵਰਖਾ ਹੁੰਦੀ ਹੈ। 2100 ਜਿਹੜੇ ਮੁੱਦੇ ਪਾ ਦਿੰਦੇ। ਕੁਲਦੀਪ ਬਰਾੜ ਕਹਿੰਦਾ ਸੀ ਹੈਰਾਨ ਸੀ ਗੋਲੀਆਂ ਕਿੱਥੋਂ ਆ ਰਹੀਆਂ ਨੇ। ਜਿਹੜੇ ਸੋਚਦੇ ਸੀ ਕਿ ਤਰ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਫਿਰ ਦਰਸ਼ਨ ਡਿਉੜੀ ਦੇ ਰਾਹੀਂ ਅਕਾਲ ਤਖਤ ਨੂੰ ਘੇਰਾ ਪਾਵਾਂਗੇ, ਸਾਰੇ ਮੁੱਦੇ ਕਰ ਦਿੱਤੇ।
ਉਸ ਤੋਂ ਬਾਅਦ ਹੈਲੀਕਾਪਟਰ ਲਿਆਂਦੇ ਗਏ। ਹੈਲੀਕਾਪਟਰ ਦੇ ਨਾਲ ਸਾਰੇ ਮੋਰਚੇ ਉੱਪਰੋਂ ਵੇਖੇ ਗਏ। ਫਿਰ ਇਹ ਸਲਾਹ ਕੀਤੀ ਗਈ ਕਿ ਹੈਲੀਕਾਪਟਰਾਂ ਦਾ ਨੁਕਸਾਨ ਨਾ ਹੋਵੇ। ਫਿਰ ਸਾਧ ਸੰਗਤ ਜੀ, ਤੀਸਰਾ ਦਿਨ ਜਿਹੜਾ ਹੈ 3 ਜੂਨ ਦਾ ਚੜ੍ਹਦਾ ਹੈ। ਜਿਹੜੇ ਕੁਲਦੀਪ ਬਰਾੜ ਵਰਗੇ ਕਹਿੰਦੇ ਸੀ, ਜਨਰਲ ਵੈਦਿਆ ਵਰਗੇ, ਕਿ ਅਸੀਂ 2 ਘੰਟਿਆਂ ਅੰਦਰ ਪਿੰਡਰਾਂ ਵਾਲੇ ਨੂੰ ਫੜ ਕੇ ਦਿੱਲੀ ਲੈ ਆਵਾਂਗੇ। ਹੈਰਾਨੀ ਦੀ ਗੱਲ ਹੈ, ਵੱਡੀਆਂ ਵੱਡੀਆਂ ਮਸ਼ੀਨ ਗੰਨਾਂ, ਵੱਡੇ ਵੱਡੇ ਗੋਲੇ। ਇਸ ਤੋਂ ਬਾਅਦ ਜਦੋਂ 3 ਦਿਨ ਲੰਘ ਗਏ ਨੇ, ਜਿਹੜਾ ਜਨਰਲ ਸੁੰਦਰ ਹੈ ਤੇ ਜਨਰਲ ਦਿਆਲ ਹੈ, ਇਹ ਦਿੱਲੀ ਜਾਂਦੇ ਨੇ ਬੀਬੀ ਇੰਦਰਾ ਗਾਂਧੀ ਕੋਲ ਕਿ ਸਾਨੂੰ ਤੁਸੀਂ ਹੁਣ ਟੈਂਕਾਂ ਦੀ ਆਗਿਆ ਦਿਓ। ਤੇ ਇੰਦਰਾ ਗਾਂਧੀ ਕਹਿਣ ਲੱਗੀ, ਤੁਸੀਂ ਤੇ ਕਹਿੰਦੇ ਸੀ 2 ਘੰਟਿਆਂ ਵਿੱਚ ਫੜ ਲਿਆਵਾਂਗੇ। ਇਹ ਦੋਨੋਂ ਜਿਹੜੇ ਫੌਜ ਦੇ ਅਫਸਰ ਕਹਿਣ ਲੱਗੇ ਬੀਬੀ ਇੰਦਰਾ ਗਾਂਧੀ ਨੂੰ, ਜੇ ਇੱਥੇ ਹੁਣ ਟੈਂਕਾਂ ਦੀ ਆਗਿਆ ਨਾ ਦਿੱਤੀ ਤੇ ਤੁਹਾਡੀ ਫੌਜ ਦੀ ਬਹੁਤ ਵੱਡੀ ਹਾਰ ਹੋਵੇਗੀ, ਬਹੁਤ ਵੱਡੀ ਬਦਨਾਮੀ ਹੋਵੇਗੀ। ਕਿਉਂਕਿ ਇਕੱਲੀ ਹਿੰਦੁਸਤਾਨ ਦੀ ਆਰਮੀ ਨਹੀਂ ਸੀ, ਰਸ਼ੀਆ ਦੀ ਨਾਲ ਸੀ, ਜਰਮਨ ਦੀ ਨਾਲ ਹੈ, ਇਸ ਤੋਂ ਇਲਾਵਾ ਫਿਲਕਨ ਦੀ। ਇਹਨਾਂ ਸਾਰਿਆਂ ਦੇਸ਼ਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਤੁਸੀਂ ਅਟੈਕ ਕਰੋ। ਰਹੋ ਵਿਚਾਰ, ਜਿਸ ਵਕਤ ਕਹਿੰਦੇ ਟੈਂਕਾਂ ਦੀ ਆਗਿਆ ਮਿਲਦੀ ਹੈ, ਸਭ ਤੋਂ ਪਹਿਲਾਂ ਜਿਹੜਾ ਟੈਂਕ ਹੈ, ਜਿੱਥੇ ਗੁਰੂ ਰਾਮਦਾਸ ਲੰਗਰ ਹਾਲ ਹੈ, ਆਉਂਦੀ ਪ੍ਰਵੇਸ਼ ਹੁੰਦਾ ਹੈ ਤੇ ਲੰਗਰ ਹਾਲ ਦੇ ਸਾਹਮਣੇ ਆਣ ਕੇ ਟੈਂਕ ਜਿਹੜਾ ਹੈ ਖੜ ਜਾਂਦਾ ਹੈ। ਦੂਸਰਾ ਟੈਂਕ ਆਉਂਦਾ ਹੈ ਜਿਹਨੂੰ ਬੁਲਟ ਪ੍ਰੂਫ ਕਹਿੰਦੇ ਹਾਂ, ਪੌੜੀਆਂ ਦੇ ਰਾਹੀਂ ਅੰਦਰ ਪ੍ਰਵੇਸ਼ ਹੁੰਦਾ ਹੈ। ਉੱਥੇ ਸਾਧ ਸੰਗਤ ਜੀ ਭਾਈ ਜਗੀਰ ਸਿੰਘ, ਭਾਈ ਸਵਰਨ ਸਿੰਘ, ਹੋਰ ਜਿਹੜੇ ਸੂਰਮੇ ਹਨ, ਉਹ ਮੁਕਾਬਲਾ ਕਰਦੇ ਨੇ। ਜਿੱਥੇ ਦੁੱਖ ਭੰਜਨੀ ਬੇਰੀ ਹੇਠਾਂ ਹੈ, ਉਹਦੀ ਸਾਈਡ ਤੋਂ ਜਿੱਥੇ ਅਕਾਲ ਤਖਤ ਸਾਹਮਣੇ ਦਰਸ਼ਨ ਹੁੰਦੇ ਨੇ, ਉੱਥੇ ਸਾਧ ਸੰਗਤ ਜੀ ਟੈਂਕ ਦਾ ਜਿਹੜਾ ਮੂੰਹ ਹੈ ਉਸ ਪਾਸੇ ਕਰ ਦਿੱਤਾ ਹੈ। ਜਨਰਲ ਸ਼ਵੇਕ ਸਿੰਘ ਕਹਿਣ ਲੱਗਾ, ਮਹਾਂਪੁਰਖੋ, ਮੈਨੂੰ ਲੈੜ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬੁਲਟ ਪ੍ਰੂਫ ਟੈਂਕ ਜਿਹੜੇ ਨੇ ਅੰਦਰ ਵਾੜ ਦਿੱਤੇ ਨੇ ਸਰਕਾਰ ਨੇ, ਕਿ ਉਹਨਾਂ ਦੇ ਪਾਸ ਇੱਕ ਗ੍ਰਨੇਡ ਸੀ। ਇੰਨਾ ਨਿਸ਼ਾਨਾ ਸੀ ਜਨਰਲ ਸ਼ਵੇਕ ਸਿੰਘ ਦਾ ਕਿ ਉਸ ਟੈਂਕ ਦੀ ਲੈਟ ਨੂੰ ਭੰਨ ਦਿੱਤਾ। ਉਸ ਤੋਂ ਬਾਅਦ ਜਿਹੜੇ ਪਾਸੇ ਮੰਜੀ ਸਾਹਿਬ ਦੀਵਾਨ ਹਾਲ ਹੈ, ਉਸ ਪਾਸੇ ਦੀ ਟੈਂਕ ਜਿਹੜੀ ਹੈ ਜ਼ਾਲਮ ਸਰਕਾਰ ਵੜਦੀ ਹੈ। ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਹੈ, ਉੱਥੇ ਆਣ ਕੇ ਟੈਂਕ ਰੁਕ ਜਾਂਦਾ ਹੈ। ਫਿਰ ਦੂਸਰੇ ਟੈਂਕ ਵਾੜਦੇ ਨੇ। ਕਹਿੰਦੇ ਇੱਕ ਐਸਾ ਸਿੱਖ ਹੈ ਜਿਹਦੀਆਂ 2 ਬੱਚੀਆਂ ਨੇ, ਇੱਕ ਦਾ ਨਾਮ ਹੈ ਵਾਹਿਗੁਰੂ, ਇੱਕ ਦਾ ਨਾਮ ਦਾਸ ਨੂੰ ਵਿਸਰ ਗਿਆ, ਨਾਲ ਉਹਦੇ ਘਰ ਵਾਲੀ। ਚਾਰੇ ਜਾਣੇ ਆਪਣੇ ਸਰੀਰਾਂ ਤੇ ਬੰਬ ਬਣ ਕੇ ਤੇ ਟੈਂਕ ਦੇ ਉੱਪਰ ਕਹਿੰਦੇ ਛਾਲਾਂ ਮਾਰ ਕੇ ਸ਼ਹੀਦੀਆਂ ਪਾਉਂਦੇ ਨੇ, ਟੈਂਕ ਨੂੰ ਡਾ ਦਿੰਦੇ ਨੇ। 4 ਜੂਨ ਦਾ ਦਿਨ ਲੰਘ ਗਿਆ। ਸਾਰੇ ਪਾਸੇ ਜਿਹੜੇ ਫੌਜੀ ਨੇ, ਮੋਢੀ ਹਨ, ਉਹ ਵੀ ਹੈਰਾਨ ਹਨ ਤੇ ਬਹੁਤੀਆਂ ਜਿਹੜੀਆਂ ਫੌਜਾਂ ਨੇ ਉਹ ਮੌਤ ਦੇ ਘਾਟ ਵਿੱਚ ਉਤਰ ਚੁੱਕੀਆਂ ਨੇ। ਮੰਜੀ ਸਾਹਿਬ ਦੀਵਾਨ ਹਾਲ ਤੋਂ ਮਹਾਂਪੁਰਖਾਂ ਦਾ ਬਿਆਨ ਸੀ ਕਿ ਜਿੰਨਾ ਚਿਰ ਮੇਰੇ ਅੰਦਰ ਵਿਸ਼ਵਾਸ ਨੇ, ਮੈਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੈ, ਜਿੰਨੀ ਮਰਜ਼ੀ ਹਿੰਦ ਦੀ ਆਰਮੀ ਆ ਜਾਵੇ, ਫੌਜਾਂ ਆ ਜਾਵੇ, ਟਰੱਕ ਭਰ ਭਰ ਕੇ ਤੋਰਾਂਗਾ। ਉਸ ਮਰਦ ਮਹਾਂਪੁਰਖ ਨੇ ਜੋ ਬਚਨ ਕਹੇ, ਸਾਧ ਸੰਗਤ ਜੀ, ਆਰਮੀ ਦੀਆਂ ਜਿਹੜੇ ਟਰੱਕ ਸੀ ਭਰ ਭਰ ਕੇ ਲਾਸ਼ਾਂ ਦੇ ਵਾਪਸ ਗਏ। 5 ਜੂਨ ਦਾ ਦਿਨ ਆਉਂਦਾ ਹੈ। ਹੁਣ ਸਾਧ ਸੰਗਤ ਜੀ, ਤੋਫਾਂ ਦੇ ਵਿੱਚੋਂ ਗੋਲੇ ਜਿਹੜੇ ਨੇ ਉਹ ਅਕਾਲ ਤਖਤ ਵੱਲ ਡਿੱਗ ਰਹੇ ਨੇ। ਪਰ ਗੁਰੂ ਕੇ ਸਿੱਖਾਂ ਦੇ ਅੰਦਰ ਜਜ਼ਬਾਤ ਹੈ, ਚਾਉ ਹੈ। ਜਬ ਆਵ ਕੀ ਔਦ ਨਿਧਾਨ ਬਨੇ ਅਤਹੀ ਰਨ ਮੈਂ ਤਬ ਜੂਝ ਮਰੋ। ਮਹਾਂਪੁਰਖਾਂ ਨੇ ਬਚਨ ਕੀਤੇ ਕਿ ਕਲਗੀਧਰ ਪਿਤਾ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ। ਇੱਕ ਸਮਾਂ ਸੀ ਜੋ 1704 ਈਸਵੀ ਦੇ ਅੰਦਰ ਕਲਗੀਧਰ ਪਿਤਾ ਮਹਾਰਾਜ ਜੀ ਦੇ ਪਾਸ ਕੇਵਲ 40 ਸਿੰਘ ਸਨ ਤੇ ਔਰੰਗਜ਼ੇਬ ਦੀ ਜ਼ਾਲਮ ਸਰਕਾਰ 10,000 ਫੌਜ ਦੇ ਸਮੇਤ ਚਮਕੌਰ ਦੀ ਗੜੀ ਨੂੰ ਘੇਰਾ ਪਾਉਂਦੇ ਨੇ। ਕਲਗੀਧਰ ਪਿਤਾ ਕਹਿਣ ਲੱਗੇ, ਮੈਨੂੰ ਅਕਾਲ ਤੇ ਵਿਸ਼ਵਾਸ ਹੈ, ਪਰਮੇਸ਼ਰ ਤੇ ਵਿਸ਼ਵਾਸ ਹੈ। ਜਫਰਨਾਮੇ ਨੂੰ ਪੜ੍ਹਿਓ। ਕਲਗੀਧਰ ਪਿਤਾ ਕਹਿੰਦੇ, ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼,
खुदावंद बख्शिंद ऐश अर्श, गुर जनाह के कारे कुनंद के दहलक बर आए तो बेखबर। ਕਹਿੰਦੇ ਜੇ ਚਮਕੌਰ ਦੀ ਗੜੀ ਦਾ ਇਤਿਹਾਸ ਦੁਆਰਾ ਦੁਹਰਾਇਆ ਗਿਆ ਤੇ ਕਹਿੰਦੇ 1984 ਦਾ ਘੱਲੂਘਾਰਾ। ਇੱਕ ਪਾਸੇ ਕੇਵਲ 2 ਜਾਂ 250 ਸਿੰਘ ਤੇ ਦੂਸਰੇ ਪਾਸੇ ਹਿੰਦ ਦੀ ਸਾਰੀ ਸਰਕਾਰ। ਹਿੰਦ ਦੀਆਂ ਜਿੰਨੀਆਂ ਫੌਜਾਂ ਨੇ ਉਹ ਸਾਰੀਆਂ ਲੱਗੀਆਂ ਹੋਈਆਂ ਨੇ। ਗੁਰੂ ਕੇ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ। ਐਸਾ ਦ੍ਰਿਸ਼ ਅੰਦਰ ਬਣਿਆ ਹੋਇਆ ਹੈ। ਹਰੇਕ ਸਿੱਖ ਦੇ ਅੰਦਰ ਇੱਕ ਹੀ ਭਾਵਨਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਰੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਲ ਨਾ ਕੀਜੈ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਇਸ ਤਰ੍ਹਾਂ ਸਾਧ ਸੰਗਤ ਜੀ ਸੂਰਮੇ ਜੂਝੇ ਹਨ। 5 ਜੂਨ ਦਾ ਦਿਨ ਵੀ ਜਿਹੜਾ ਹੈ ਬਤੀਤ ਹੋ ਜਾਂਦਾ ਹੈ। 6 ਜੂਨ ਦਾ ਦਿਨ ਚੜ੍ਹਦਾ ਹੈ, ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਜਨਰਲ ਸੁਬੇਗ ਸਿੰਘ ਦੀ ਸ਼ਹਾਦਤ ਹੁੰਦੀ ਹੈ। ਗੁਰੂ ਕੇ ਮਰਜੀਵੜੇ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਘੱਲੂਘਾਰਾ ਵਾਪਰਿਆ ਤੇ ਵਿਦਵਾਨ ਕਹਿੰਦੇ ਨੇ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਜੋ ਆਸ਼ਿਕ ਹੋਤੇ हैं शहादत के वो जीना छोड़ देते हैं, जिस्म को ठोकर समझ के वो खुशी से फोड़ देते हैं। ਅੱਜ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ, ਜਿਨ੍ਹਾਂ ਸ਼ਹੀਦਾਂ ਨੇ ਸਿੱਖ ਧਰਮ ਦੀ ਆਨ ਅਤੇ ਸ਼ਾਨ ਦੇ ਵਾਸਤੇ ਹਿੰਦ ਸਰਕਾਰ ਦੀ ਇਹ ਨਹੀਂ ਮੰਨੀ, ਡਟ ਕੇ ਮੁਕਾਬਲਾ ਕੀਤਾ। ਕਿਉਂਕਿ ਕਲਗੀਧਰ ਪਿਤਾ ਮਹਾਰਾਜ ਜੀ ਦੀ ਸਾਡੇ ਤੇ ਬਹੁਤ ਵੱਡੀ ਬਖਸ਼ਿਸ਼ ਹੈ। ਜਦੋਂ ਵੀ ਕੋਈ ਚੜ੍ਹ ਕੇ ਆਉਂਦਾ ਹੈ ਉਹਨੂੰ ਬਖਸ਼ਦੇ ਨਹੀਂ ਹਨ। ਸੋ ਇਸ ਤਰ੍ਹਾਂ ਉਹਨਾਂ ਸ਼ਹੀਦਾਂ ਨੂੰ ਨਮਨ ਕਰੀਏ ਜਿਨ੍ਹਾਂ ਨੇ ਸਿੱਖ ਧਰਮ ਦੇ ਵਾਸਤੇ, ਆਨ ਅਤੇ ਸ਼ਾਨ ਦੇ ਵਾਸਤੇ ਸ਼ਹਾਦਤਾਂ ਦੇ ਜਾਮ ਪੀਤੇ। ਆਓ ਲੜੀਵਾਰ ਤੁਰਕੀ ਗੁਰਬਾਣੀ ਦੀ ਕਥਾ ਨੂੰ ਸਰਵਣ ਕਰੀਏ, ਰਚਨਾ ਨੂੰ ਕਰੀਏ ਪਵਿੱਤਰ। ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ। ਸੋਹੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਜਿਨ੍ਹਾਂ ਦੇ ਬਾਬਤ ਪਾਤਸ਼ਾਹ ਸਾਹਿਬਾਨ ਲਿਖਦੇ ਨੇ, ਜਬ ਲਓ ਨਹੀਂ ਭਾਗ ਲਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁਤ ਆਇਓ, ਕਲ ਕੋਰ ਸਮੁੰਦਰ ਮੈਂ ਬੂਢਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ, ਜਗਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਜ਼ਿਕਰ ਭੱਟਾਂ ਨੇ ਕੀਤਾ ਹੈ, ਗੁਰੂ ਅਰਜੁਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਹਰੀ ਦੇ ਪ੍ਰਤੱਖ ਸਰੂਪ ਹਨ, ਜਿਨ੍ਹਾਂ ਨੂੰ ਸ਼ਹੀਦਾਂ ਦਾ ਸਰਤਾਜ ਵੀ ਕਿਹਾ ਜਾਂਦਾ ਹੈ। ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਕੱਲ ਲੰਘਿਆ ਹੈ ਤੇ ਵਿਦਵਾਨ ਲਿਖਦੇ ਹਨ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬੈਠਦੇ ਹਨ, ਤੱਤੀ ਰੇਤ ਵਿੱਚ ਸੀਸ ਦੇ ਪੈਂਦੀ ਹੈ ਤੇ ਜੇਠ ਦਾ ਮਹੀਨਾ ਅੱਤ ਦੀ ਲੋ ਵਗਦੀ ਹੈ। ਲਾਹੌਰ ਦੀਆਂ ਕੰਧਾਂ ਰੋਈਆਂ ਨੇ, ਗਲੀਆਂ ਰੋਈਆਂ ਨੇ। ਇੱਕ ਗਵਾਂਢਣ ਭੈਣ ਆਈ, ਉਹਦੇ ਅੱਖਾਂ ਦੇ ਵਿੱਚੋਂ ਅਥਰੂ ਨੇ। ਉਹਦੀ ਗਵਾਂਢਣ ਭੈਣ ਪੁੱਛਦੀ, ਭੈਣੇ ਕੀ ਹੋਇਆ? ਕਹਿਣ ਲੱਗੀ, ਸੁਣੀ ਭੈਣੇ, ਮੈਥੋਂ ਦੁੱਖ ਦੀ ਬਾਤ ਨਾ ਕਹੀ ਜਾਵੇ, ਤੱਤੀ ਤਵੀ ਤੇ ਬੈਠਾ ਗੁਰੂ ਅਰਜਨ ਤੱਤੀ ਰੇਤ ਵਿੱਚ ਸੀਸ ਤੇ ਪਈ ਜਾਵੇ। ਗਰੀਬ ਨਵਾਜ ਜੀ ਦੇ ਸਾਰੇ ਸਰੀਰ ਤੇ ਛਾਲੇ ਹੋ ਗਏ। ਜਦੋਂ ਪੀਰ ਮੀਆਂ ਮੀਰ ਜਾਂਦਾ ਹੈ ਤੇ ਪੁੱਬਾ ਮਾਰ ਕੇ ਰੋਂਦਾ ਹੈ। ਉੱਥੇ ਵਿਦਵਾਨ ਲਿਖਦਾ ਹੈ, ਚਾਰੇ ਪਾਸੋਂ ਅੱਗ ਵਰਸੇ, ਸੇਖ ਸੀ ਤਨ ਸਾੜਦਾ, ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ। ਤਾਂ ਕਿਹਾ ਪੀਰ ਮੀਆਂ ਮੀਰ, ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ, ਹਮ ਸ਼ਾਂਤ ਹੈ ਹਰ ਨਾਮ ਸੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਪੀਰ ਮੀਆਂ ਮੀਰ, ਤੁਸੀਂ ਸਾਡਾ ਚੰਮ ਨਾ ਦੇਖੋ, ਸਰੀਰ ਨਾ ਦੇਖੋ, ਸਾਡੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਹੈ। ਬੜੇ ਤਸੀਹੇ ਦਿੱਤੇ ਗਏ, ਮਹਾਰਾਜ ਜੀ ਨੂੰ ਭੁੱਖਾ ਰੱਖਿਆ ਗਿਆ, ਪਿਆਸਾ ਰੱਖਿਆ ਗਿਆ, ਇੱਥੋਂ ਤੱਕ ਕਿ ਜ਼ਾਲਮਾਂ ਨੇ ਸੌਣ ਵੀ ਨਹੀਂ ਦਿੱਤਾ। ਤਾਂ ਵੀ ਬਚਨ ਉਚਾਰਦੇ ਨੇ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉੱਥੇ ਵੀ ਪ੍ਰਮਾਤਮਾ ਤੇ ਕੋਈ ਗਿਲਵਾ ਨਹੀਂ, ਕੋਈ ਸ਼ਿਕਵਾ ਨਹੀਂ, ਕਿਆ ਪ੍ਰਮਾਤਮਾ ਤੇਰਾ ਹੀ ਪਾਣਾ ਹੈ।
ਇਸ ਕਰਕੇ ਗਰੀਬ ਨਵਾਜ਼ ਜੀ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ। ਪੰਚਮ ਪਾਤਸ਼ਾਹ ਮਹਾਰਾਜ ਸੂਹੀ ਰਾਗ ਅੰਦਰ ਕਿਰਪਾ ਕਰਦੇ ਹਨ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ। ਉਹ ਅਕਾਲ ਪੁਰਖ ਵਾਹਿਗੁਰੂ ਜੀ ਪਾਰ ਪਲੱਸ ਬ੍ਰਹਮ। ਪਾਰ ਨਾਮ ਹੈ ਪਾਪਾਂ ਪੁੰਨਾਂ ਤੋਂ ਪਰੇ। ਬ੍ਰਹਮ ਜੋ ਵਿਆਪਕ ਸਰੂਪ ਹੈ, ਜਿਸ ਦਾ ਜ਼ਿਕਰ ਮਹਾਰਾਜ ਕਰਦੇ ਨੇ। ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤਹ ਨਾ ਜਾਈ। ਰਬ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਕਲਗੀਧਰ ਪਿਤਾ ਮਹਾਰਾਜ ਜਾਪ ਸਾਹਿਬ ਦੀ ਬਾਣੀ ਵਿੱਚ ਲਿਖਦੇ ਨੇ ਕਿ ਸਰਬੱਤਰ ਦੇਸੈ, ਕਿ ਸਰਬੱਤਰ ਪੇਸੈ, ਕਿ ਸਰਬੱਤਰ ਗੌਨੈ, ਕਿ ਸਰਬੱਤਰ ਪੌਨੈ। ਉਹ ਸਾਰਿਆਂ ਦੇਸ਼ਾਂ ਦੇ ਵਿੱਚ ਹੈ, ਸਾਰਿਆਂ ਪੇਖਾਂ ਦੇ ਵਿੱਚ ਹੈ, ਸਾਰਿਆਂ ਲਿਬਾਸਾਂ ਦੇ ਵਿੱਚ ਹੈ, ਜਿਸ ਨੂੰ ਕਲਗੀਧਰ ਪਿਤਾ ਮਹਾਰਾਜ ਕਹਿੰਦੇ ਦੁਕਾਲੰ ਪ੍ਰਣਾਸੀ, ਦਇਆਲੰ ਸਰੂਪੇ, ਸਦਾ ਅੰਗ ਸੰਗੇ, ਅਪੰਗੰ ਬੇਭੂਤੇ। ਜਿਸ ਨੂੰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੈ ਕਿਥੈ ਮੈਨੂੰ ਲਏ ਛਡਾਈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਸਭ ਮਾਹੇ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਦੂਸਰ ਨਾਹੇ। ਬਾਬਾ ਫਰੀਦ ਸਾਹਿਬ ਕਹਿੰਦੇ ਸਾਰੀ ਖਲਕਤ ਦੇ ਅੰਦਰ, ਸਾਰੇ ਪ੍ਰਾਣੀਆਂ ਦੇ ਵਿੱਚ ਉਹ ਪਰਮਾਤਮਾ ਬੈਠਾ ਹੈ। ਪਾਰ ਬ੍ਰਹਮ, ਜੋ ਪਾਰਾਵਾਰ ਦੀ ਪ੍ਰਕਿਰਤੀ ਤੋਂ ਪਰੇ ਬ੍ਰਹਮ ਸਰੂਪ ਹੈ। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਪਰਮੇਸ਼ਰ, ਜੋ ਸਾਰਿਆਂ ਦਾ ਸੁਆਮੀ ਹੈ, ਮਾਲਕ ਹੈ। ਗਰੀਬ ਨਵਾਜ਼ ਕਹਿੰਦੇ ਸਤਿਗੁਰ, ਸਤਿਗੁਰ ਨਾਮ ਗੁਰਾਂ ਦਾ, ਆਪੇ ਆਪਣੇ ਆਪ ਕਰਨੈ ਹਾਰਾ। ਸਾਰੇ ਕੰਮਾਂ ਨੂੰ ਕਰਨ ਵਾਲਾ ਹੈ, ਸਾਰੇ ਸੰਸਾਰ ਨੂੰ, ਸੰਸਾਰ ਦੇ ਜੀਵਾਂ ਨੂੰ, ਫਿਰ ਜੀਵਾਂ ਨੂੰ ਧੰਦਿਆਂ ਦੇ ਵਿੱਚ ਲਾਉਣ ਵਾਲਾ ਵੀ ਆਪ ਹੈ। ਕਿਉਂਕਿ ਉਹਦੇ ਹੁਕਮ ਤੋਂ ਬਾਹਰ ਕੋਈ ਚੀਜ਼ ਨਹੀਂ, ਉਹਦੀ ਰਜ਼ਾ ਤੋਂ ਬਾਹਰ ਕੋਈ ਚੀਜ਼ ਨਹੀਂ। ਸਿੱਧਾ ਨੇ ਬੇਨਤੀ ਕੀਤੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਅੰਦਰ, ਮਹਾਰਾਜ ਤੁਸੀਂ ਪਰਮੇਸ਼ਰ ਦੀ ਬਹੁਤ ਵਡਿਆਈ ਕਰਦੇ ਹੋ, ਬਹੁਤ ਸਿਫਤ ਕਰਦੇ ਹੋ। ਫਿਰ ਮਹਾਰਾਜ ਉਹ ਪਰਮਾਤਮਾ ਕਿੱਡਾ ਕੁ ਵੱਡਾ ਹੈ, ਉਹਦਾ ਹੁਕਮ ਕਿੰਨਾ ਕੁ ਵੱਡਾ ਹੈ, ਉਹਦੀ ਆਗਿਆ ਕਿੰਨੀ ਕੁ ਵੱਡੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਧੋ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਜਿੰਨੇ ਆਕਾਰ ਵਿਖਦੇ ਪਏ ਨੇ, ਚਾਹੇ ਉਹ ਮਨੁੱਖਾਂ ਦੇ ਨੇ, ਚਾਹੇ ਉਹ ਬਨਾਸ਼ਪਤੀ ਦੇ ਨੇ, 84 ਲੱਖ ਜੂਨਾਂ ਦੇ ਨੇ, ਉਹ ਸਾਰੇ ਉਹਦੇ ਹੁਕਮ ਦੇ ਵਿੱਚ ਨੇ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਉਹਦੇ ਹੁਕਮ ਦੇ ਬਾਰੇ ਕੋਈ ਕਹਿ ਨਹੀਂ ਸਕਦਾ। ਫਿਰ ਗਰੀਬ ਨਵਾਜ਼ ਕਹਿੰਦੇ ਹੁਕਮ ਦੇ ਅੰਦਰ ਦੁੱਖ, ਹੁਕਮ ਦੇ ਅੰਦਰ ਸੁੱਖ, ਹੁਕਮ ਦੇ ਅੰਦਰ ਬਖਸ਼ਿਸ਼ਾਂ, ਹੁਕਮ ਦੇ ਅੰਦਰ ਰਹਿਮਤਾਂ। ਅਖੀਰ ਵਿੱਚ ਕਹਿੰਦੇ ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਇ। ਭਾਈ ਸਿੱਧੋ, ਜਿਹੜੇ ਉਹਦੇ ਹੁਕਮ ਨੂੰ ਸਮਝ ਲੈਂਦੇ ਨੇ, ਉਹਨਾਂ ਦੇ ਵਿੱਚ ਹੰਕਾਰ ਨਹੀਂ ਆਉਂਦਾ, ਹਉਮੈ ਨਹੀਂ ਆਉਂਦੀ। ਉਹ ਤੇ ਆਖਦੇ ਨੇ ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਝ ਪਾਸੇ। ਇਹ ਗਰੀਬ ਨਵਾਜ਼ ਸਾਰੇ ਜੀਵ ਆਪ ਜੀ ਦੇ ਹਨ, ਕਰਨੇ ਹਾਰਾ। ਉਹ ਪਰਮਾਤਮਾ ਸਾਰਿਆਂ ਨੂੰ ਕਰਨ ਵਾਲਾ ਹੈ। ਚਰਨ ਧੂੜ ਤੇਰੇ ਸੇਵਕ ਮੰਗੈ। ਇਹ ਸੱਚੇ ਪਾਤਸ਼ਾਹ ਮਹਾਰਾਜ, ਇਹ ਜਗਿਆਸੂ ਦੀ ਬੇਨਤੀ ਹੈ। ਮਹਾਰਾਜ ਮੈਂ ਆਪ ਜੀ ਦਾ ਸੇਵਕ ਹਾਂ, ਆਪ ਜੀ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜਿੱਥੇ ਪਰਮੇਸ਼ਰ ਦੇ ਸਰਗੁਣ ਸਰੂਪ ਨੇ, ਉੱਥੇ ਨਿਮਰਤਾ ਦੇ ਸੋਮੇ ਹਨ। ਆਪਣੀ ਹੀ ਬਾਣੀ ਵਿੱਚ ਲਿਖਦੇ ਨੇ ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ, ਮੇਰੀ ਹੋਰ ਕੋਈ ਕਾਮਨਾ ਨਹੀਂ, ਕੋਈ ਇੱਛਾ ਨਹੀਂ। ਜਿਹੜੇ ਤੇਰੇ ਪਿਆਰੇ ਨੇ, ਤੇਰੀ ਬੰਦਗੀ ਕਰਨ ਵਾਲੇ ਨੇ, ਤੇਰੀ ਇਬਾਦਤ ਕਰਨ ਵਾਲੇ ਨੇ, ਉਹਨਾਂ ਦੀ ਚਰਨਾਂ ਦੀ ਖਾਕ ਮੈਨੂੰ ਬਖਸ਼ ਦੇ। ਆਸਾ ਦੀ ਵਾਰ ਆਪਾਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ। ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਲੱਖ ਤੇ ਆਈਐ। ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ। ਜੇ ਹੋਵੀ ਪੂਰਬ ਲਿਖਿਆ, ਤਾਂ ਧੂੜ ਤਿਨਾਂ ਦੀ ਪਾਈਐ।
ਮਤ ਥੋੜੀ ਸੇਵ ਗਵਾਈ ਹੈ। ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਨੇ, ਤੱਪੜ ਝਾੜ ਵਿਛਾਏ ਧੂੜੀ ਨਾਇਆ। ਜਿੱਥੇ ਗੁਰੂ ਕੀਆਂ ਸੰਗਤਾਂ ਬੈਠਦੀਆਂ ਨੇ, ਉਹਨਾਂ ਦਰੀਆਂ ਨੂੰ ਝਾੜ, ਉਹ ਚਰਨ ਧੂੜ ਤੇਰੇ ਤੇ ਪਵੇਗੀ, ਤੇਰਾ ਸਰੀਰ ਜਿਹੜਾ ਹੈ ਪਵਿੱਤਰ ਹੋ ਜਾਵੇਗਾ। ਚਰਨ ਧੂੜ ਤੇਰੇ ਸੇਵਕ ਮੰਗੈ। ਇਸ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਸੇਵਕ ਹਾਂ, ਆਪ ਜੀ ਦੇ ਚਰਨਾਂ ਦੀ ਧੂੜ ਜਿਹੜੀ ਹੈ ਮੰਗਦਾ ਹਾਂ। ਤੇਰੇ ਦਰਸ਼ਨ ਕੋ ਬਲਹਾਰਾ। ਫਿਰ ਸੱਚੇ ਪਾਤਸ਼ਾਹ ਮਹਾਰਾਜ, ਜਿੱਥੇ ਮੈਂ ਆਪ ਜੀ ਦੀ ਚਰਨ ਧੂੜੀ ਮੰਗਦਾ ਹਾਂ, ਉੱਥੇ ਮਹਾਰਾਜ ਆਪ ਜੀ ਦੇ ਦਰਸ਼ਨਾਂ ਤੋਂ ਮੈਂ ਬਲਿਹਾਰ ਕੁਰਬਾਨ ਜਾਨਾ ਹਾਂ। ਵਾਰ ਨੇ ਬਲਿਹਾਰ ਨੇ ਲਖ ਵਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਦਰਿਆ। ਫਿਰ ਗਰੀਬ ਨਵਾਜ ਕਹਿੰਦੇ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਤਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਗਰੀਬ ਨਵਾਜ, ਤੇਰੇ ਦਰਸ਼ਨ ਕਉ ਬਲਿਹਾਰੈ। ਅਸੀਂ ਆਪ ਜੀ ਦੇ ਦਰਸ਼ਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਮੇਰੇ RAM ਰਾਏ, ਜਿਉ ਰਾਖੋ ਤਿਉ ਰਹੀਐ। ਇਹ ਸੱਚੇ ਪਾਤਸ਼ਾਹ ਆਪ ਜੀ ਰਾਏ ਨਾਮ ਹੈ ਰਾਜੇ ਦਾ। ਆਪ ਜੀ ਰਾਜਾ ਰੂਪ ਹੋ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਕਲਗੀਧਰ ਪਿਤਾ ਲਿਖਦੇ ਨੇ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ। ਆਪ ਜੀ ਰਾਜੇ ਹੋ, ਆਪ ਜੀ ਦੀ ਕੋਈ ਉਪਮਾ ਨਹੀਂ ਕਰ ਸਕਦਾ ਹੈ। ਆਪ ਜੀ ਅਪਰ ਅਪਾਰ ਹੋ, ਜਿਸਦਾ ਜ਼ਿਕਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਅਪਰ ਅਪਾਰ ਪਰੈ ਹੀ ਤੇ ਪਰੈ, ਅਪਰ ਅਪਾਰ ਪਰ। ਆਪਨੋ ਪਾਵਨ ਕਰ, ਮੰਤਰ ਨਾ ਦੂਸਰੋ ਤਰ, ਓਪਤ ਪਰਲੋ ਨਿਮਕ ਤੋ ਘਰ। ਆਨ ਨਾਹੀ ਸਮਸਰ ਉਜਿਆਰੋ ਨਿਰਮਰ, ਕੋਟ ਪ੍ਰਾਸ਼ਤ ਜਾਹੇ ਨਾਮ ਲੀਏ ਹਰ ਹਰ। ਜਨ ਨਾਨਕ ਭਗਤ ਦਰ, ਤੁਲ ਬ੍ਰਹਮ ਸਮਸਰ, ਏਕ ਜੀਹ ਕਿਆ ਬਖਾਨੈ, ਹਾਂ ਕੇ ਬਲ 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 ਸਦ ਬਲਿਹਾਰ। ਇਹ ਸੱਚੇ ਪਾਤਸ਼ਾਹ ਆਪ ਜੀ ਦੇ ਸਦਰਸ਼ ਤੇ ਹੈ ਹੀ ਕੋਈ ਨਹੀਂ, ਆਪ ਜੀ ਦੇ ਬਰਾਬਰ ਹੈ ਹੀ ਕੋਈ ਨਹੀਂ। ਤੁਸੀਂ ਸਾਡੇ ਰਾਏ ਰਾਜਾ ਰੂਪ ਹੋ, ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰੋ। ਮੇਰੇ RAM ਰਾਏ, ਜੋ ਰੱਖ ਹੈ ਤਿਉ ਰਹੀ ਹੈ। ਜਿਵੇਂ ਸੱਚੇ ਪਾਤਸ਼ਾਹ ਆਪ ਜੀ ਮੈਨੂੰ ਰੱਖਦੇ ਹੋ, ਮੇਰੇ ਤੇ ਇੰਨੀ ਕਿਰਪਾ ਕਰ ਦਿਓ, ਮੈਂ ਆਪ ਜੀ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖ ਲਵਾਂ। ਕਿਉਂਕਿ ਸੱਚੇ ਪਾਤਸ਼ਾਹ ਕਹਿੰਦੇ, ਮੇਰਾ ਤੇ ਸਿੱਖ ਵੀ ਉਹ ਹੈ, ਮੇਰਾ ਤੇ ਸੰਬੰਧੀ ਵੀ ਉਹ ਹੈ, ਜਿਹੜਾ ਮੇਰੇ ਹੁਕਮ ਦੇ ਵਿੱਚ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਇਸ ਸੱਚੇ ਪਾਤਸ਼ਾਹ ਆਪ ਜੀ ਰਾਜਾ ਰੂਪ ਹੋ, ਐਸੀ ਮੇਰੇ ਤੇ ਕਿਰਪਾ ਕਰ ਦਿਓ, ਮੈਂ ਆਪ ਜੀ ਦੇ ਹੁਕਮ ਤੋਂ ਬਾਹਰ ਨਾ ਜਾਵਾਂ, ਆਪ ਜੀ ਦੀ ਰਜ਼ਾ ਤੋਂ ਬਾਹਰ ਨਾ ਜਾਵਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਪਾਕ ਪਵਿੱਤਰ ਧਰਤੀ ਤੇ ਸ਼ੋਭਾਇਮਾਨ ਹਨ। ਭਾਈ ਗੁਰਮੁਖ ਆਉਂਦਾ ਹੈ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਹੈ। ਸੱਚੇ ਪਾਤਸ਼ਾਹ ਜਦੋਂ ਤੁਹਾਡੀ ਬਾਣੀ ਪੜ੍ਹਦੇ ਆ ਨਾ, ਬਾਣੀ ਦੇ ਵਿੱਚ ਬੜੀ ਵਾਰ ਹੁਕਮ ਸ਼ਬਦ ਆਇਆ, ਰਜ਼ਾ ਸ਼ਬਦ ਆਇਆ। ਮਹਾਰਾਜ ਐਸਾ ਕੋਈ ਸਿੱਖ ਹੈ ਜੋ ਤੁਹਾਡੇ ਹੁਕਮ ਦੇ ਵਿੱਚ ਹੋਵੇ, ਤੁਹਾਡੀ ਰਜ਼ਾ ਦੇ ਵਿੱਚ ਹੋਵੇ, ਮੈਂ ਉਹਦੇ ਦਰਸ਼ਨ ਕਰਨੇ ਹਨ। ਮਹਾਰਾਜ ਕਹਿੰਦੇ, ਭਾਈ ਗੁਰਮੁਖ ਲੰਗਰ ਪਾਣੀ ਛਕ ਆਰਾਮ ਕਰ, ਸੁਬਾ ਦੇ ਦੀਵਾਨ ਅੰਦਰ ਹਾਜ਼ਰੀ ਭਰੀ, ਤੈਨੂੰ ਸਿੱਖ ਦੇ ਦਰਸ਼ਨ ਕਰਵਾਵਾਂਗੇ। ਰਾਤ ਬਤੀਤ ਹੋਈ, ਦਿਨ ਚੜਿਆ, ਸੁੰਦਰ ਦੀਵਾਨ ਸਜੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਭਾਈ ਗੁਰਮੁਖ ਗੁਜਰਾਤ ਦੀ ਧਰਤੀ ਤੇ ਜਾ, ਉੱਥੇ ਭਾਈ ਭਿਖਾਰੀ ਹੈ ਜੋ ਸਾਡੇ ਹੁਕਮ ਦੇ ਵਿੱਚ ਹੈ, ਸਾਡੀ ਰਜ਼ਾ ਦੇ ਵਿੱਚ ਹੈ। ਚਲੇ ਜਾਂਦਾ ਹੈ ਗੁਜਰਾਤ, ਜੋ ਸਾਧ ਸੰਗਤ ਜੀ ਅਜੋਕੇ ਸਮੇਂ ਅੰਦਰ ਪਾਕਿਸਤਾਨ ਅੰਦਰ ਹੈ। ਜਦੋਂ ਭਾਈ ਗੁਰਮੁਖ ਭਾਈ ਭਿਖਾਰੀ ਦੇ ਘਰ ਵਿੱਚ ਜਾਂਦਾ ਹੈ, ਕੀ ਵੇਖਦਾ ਹੈ? ਭਾਈ ਭਿਖਾਰੀ ਦਰੀਆਂ ਜਿਹੜੇ ਨੇ ਉਹ ਸੀ ਰਹੇ ਨੇ, ਜਿਹਨੂੰ ਠੇਠ ਪੰਜਾਬੀ ਵਿੱਚ ਆਪਾਂ
ਜਿਹੜੇ ਪੰਜਾਬ ਤੋਂ ਬਜ਼ੁਰਗ ਬੈਠੇ ਨੇ ਪ੍ਰਾਤਨ, ਉਹਨਾਂ ਨੂੰ ਪਤਾ ਹੈ ਕਿ ਤੱਪੜ ਕੀ ਹੁੰਦੇ ਨੇ। ਭਾਈ ਭਿਖਾਰੀ ਜੀ ਤੱਪੜ ਸੀ ਰਹੇ ਨੇ। ਭਾਈ ਗੁਰਮੁਖ ਜੀ ਪਹੁੰਚਦੇ ਨੇ। ਆਪ ਜੀ ਭਾਈ ਭਿਖਾਰੀ ਹੋ? ਕਹਿਣ ਲੱਗੇ, ਹਾਂ, ਮੈਨੂੰ ਗੁਰੂ ਅਰਜਨ ਸਾਹਿਬ ਜੀ ਨੇ ਭੇਜਿਆ ਹੈ। ਭਾਈ ਭਿਖਾਰੀ ਨੇ ਗੁਰਮੁਖ ਦੀ ਆਓ ਭਗਤ ਕੀਤੀ ਹੈ, ਜਲ ਪਾਣੀ ਛਕਾਇਆ ਹੈ, ਪਰ ਘਰ ਦੇ ਵਿੱਚ ਕਹਿੰਦੇ ਪੁੱਤਰ ਦੀ ਸ਼ਾਦੀ ਹੈ, ਬਹੁਤ ਰੌਣਕਾਂ ਨੇ। ਭਾਈ ਭਿਖਾਰੀ ਨੇ ਜਲ ਪਾਣੀ ਛਕਾ ਕੇ ਭਾਈ ਗੁਰਮੁਖ ਨੂੰ ਨਾਲ ਲਿਆ। ਪਹਿਲਾਂ ਉੱਥੇ ਲੈ ਕੇ ਗਏ ਜਿੱਥੇ ਬਹੁਤ ਮਠਿਆਈਆਂ ਪੱਕ ਰਹੀਆਂ ਨੇ। ਦੂਸਰੇ ਪਾਸੇ ਲੈ ਕੇ ਗਏ, ਬੜੇ ਗਹਿਣੇ ਬੜੇ ਬਸਤਰ ਪਏ ਨੇ। ਤੀਜੇ ਪਾਸੇ ਮਾਈਆਂ ਖੁਸ਼ੀ ਦੇ ਗੀਤ ਗਾ ਰਹੀਆਂ ਨੇ। ਭਾਈ ਗੁਰਮੁਖ ਦੇ ਮਨ ਅੰਦਰ ਸ਼ੰਕਾ ਪੈ ਗਈ, ਡਾਊਟ ਹੋ ਗਈ ਕਿ ਸੱਚੇ ਪਾਤਸ਼ਾਹ ਦੀ ਬੜੀ ਵਡਿਆਈ ਕਰਦੇ ਸਨ ਕਿ ਸਾਡੇ ਹੁਕਮ ਦੇ ਵਿੱਚ ਹੈ, ਪਰ ਮੈਨੂੰ ਹੁਕਮ ਵਾਲੀ ਕੋਈ ਗੱਲ ਜਾਪੀ ਨਹੀਂ। ਇਹ ਤੇ ਪੁੱਤਰ ਦੇ ਮੂੰਹ ਅੰਦਰ ਸਵਾਰ ਨੇ। ਰਾਤ ਬੀਤੀ, ਦਿਨ ਚੜਿਆ, ਭਾਈ ਭਿਖਾਰੀ ਦੇ ਪੁੱਤਰ ਦੀ ਜਿਹੜੀ ਬਰਾਤ ਚੱਲ ਪਈ ਹੈ। ਵਿਆਹੁਣ ਤੋਂ ਬਾਅਦ ਸ਼ਾਮ ਨੂੰ ਘਰ ਵਿੱਚ ਆ ਜਾਂਦੇ ਨੇ। ਰਾਤ ਨੂੰ ਕਹਿੰਦੇ ਨੇ ਭਾਈ ਭਿਖਾਰੀ ਦੇ ਪੁੱਤਰ ਅੰਦਰ, ਪੁੱਤਰ ਦੇ ਪੇਟ ਅੰਦਰ ਪੀੜਾ ਹੁੰਦੀ ਹੈ ਤੇ ਮੌਤ ਹੋ ਜਾਂਦੀ ਹੈ। ਜਿਹੜੀਆਂ ਮਾਈਆਂ ਖੁਸ਼ੀ ਦੇ ਗੀਤ ਗਾ ਰਹੀਆਂ ਨੇ, ਉਹ ਰੋ ਰਹੀਆਂ ਨੇ। ਭਾਈ ਭਿਖਾਰੀ ਜੀ ਡੋਲੇ ਨਹੀਂ। ਤੱਪੜ ਜਿਹੜੇ ਸੀਰੇ ਸਨ ਉਹ ਵਿਛਾਏ। ਬੜੇ ਲੋਕ ਆ ਰਹੇ ਨੇ, ਭਾਈ ਭਿਖਾਰੀ ਬੜਾ ਮਾੜਾ ਹੋਇਆ। ਭਾਈ ਭਿਖਾਰੀ ਜੀ ਗੁਰੂ ਦਾ ਹੁਕਮ ਹੈ। ਕਹਿੰਦੇ ਨੇ ਭਾਈ ਭਿਖਾਰੀ ਨੇ ਖੁਦ ਵਾਜਾ ਚੁੱਕਿਆ। ਵਡਹੰਸ ਰਾਗ ਅੰਦਰ ਸ਼ਬਦ ਜਿਹੜੇ ਸਨ ਗਾਇਨ ਕੀਤੇ। ਪੁੱਤਰ ਦੀ ਲਾਸ਼ ਦੇ ਸਾਹਮਣੇ ਕੀਰਤਨ ਕਰਦੇ ਪਏ ਨੇ। ਸਾਰੀ ਅੰਤਿਮ ਕਿਰਿਆ ਕੀਤੀ। ਭਾਈ ਭਿਖਾਰੀ ਇਸ ਦ੍ਰਿਸ਼ ਨੂੰ ਵੇਖਦੇ ਪਏ ਹਨ ਤੇ ਸ਼ਾਮ ਨੂੰ ਇਕਾਂਤ ਵਿੱਚ ਬੈਠੇ ਨਿਰੰਕਾਰ ਦਾ ਸਿਮਰਨ ਕਰ ਰਹੇ ਨੇ। ਕਿਹੜਾ ਬਾਪ ਹੋਵੇਗਾ ਜਿਹੜਾ ਸਿਮਰਨ ਕਰੇਗਾ? ਬਾਪ ਦੀਆਂ ਪੁੱਤਰ ਦੀ ਲਾਸ਼ ਵੇਖ ਕੇ ਪੁੱਬਾਂ ਨਿਕਲਦੀਆਂ ਨੇ। ਉਹ ਵੀ ਜਵਾਨ ਪੁੱਤ ਤੇ ਵਿਆਹ ਕਰਕੇ ਘਰ ਵਿੱਚ ਆਇਆ ਹੋਵੇ। ਭਾਈ ਭਿਖਾਰੀ ਇਕਾਂਤ ਵਿੱਚ ਬੈਠੇ ਸਿਮਰਨ ਕਰ ਰਹੇ ਨੇ। ਭਾਈ ਗੁਰਮੁਖ ਉੱਥੇ ਪਹੁੰਚਦਾ ਹੈ। ਭਾਈ ਭਿਖਾਰੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਹਾਡੇ ਨਾਲ ਬੜਾ ਪ੍ਰੇਮ ਕਰਦੇ ਨੇ। ਆਪ ਜੀ ਮਹਾਰਾਜ ਦੇ ਚਰਨਾਂ ਅੰਦਰ ਬੇਨਤੀ ਕਰਦੇ। ਭਾਈ ਭਿਖਾਰੀ ਕਾਹਦੀ? ਆਪਣੇ ਪੁੱਤਰ ਦੀ ਉਮਰ ਵਧਾ ਲੈਂਦੇ। ਭਾਈ ਭਿਖਾਰੀ ਜੇ ਉਮਰ ਵਧਾ ਲੈਂਦੇ, ਮੌਤ ਨਹੀਂ ਸੀ ਆਉਣੀ ਸੀ। ਭਾਈ ਭਿਖਾਰੀ ਗੁਰੂ ਦੇ ਪਾਸੋਂ ਕੇਵਲ ਸਿੱਖੀ ਮੰਗੀ ਹੈ, ਨਾਮ ਮੰਗਿਆ ਹੈ ਕਿ ਜਿੰਨਾ ਚਿਰ ਵਿਸ਼ਵਾਸ ਨੇ ਤੇਰੇ ਰਜ਼ਾ ਦੇ ਵਿੱਚ ਰਹੀਏ, ਤੇਰੇ ਹੁਕਮ ਦੇ ਵਿੱਚ ਰਹੀਏ। ਇਹੀ ਗੁਰੂ ਦੇ ਪਾਸੋਂ ਭਾਈ ਗੁਰਮੁਖ ਮੈਂ ਮੰਗਿਆ ਹੈ। ਭਾਈ ਗੁਰਮੁਖ ਕਹਿਣ ਲੱਗਾ, ਭਾਈ ਭਿਖਾਰੀ ਤੂੰ ਧਨ ਹੈ, ਤੇਰੀ ਕਰਨੀ ਧਨ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮੇਰੇ RAM ਰਾਏ ਜੋ ਰੱਖ ਹੈ ਤੇ ਉਹ ਰਹਿਣਾ। ਜਿਵੇਂ ਸੱਚੇ ਪਾਤਸ਼ਾਹ ਆਪ ਜੀ ਨੂੰ ਚੰਗਾ ਲੱਗਦਾ ਹੈ, ਉਵੇਂ ਮੈਨੂੰ ਮਹਾਰਾਜ ਰੱਖ ਲੈਣਾ ਕਰੋ। ਤੁਧ ਭਾਵੈ ਤਾਂ ਨਾਮ ਜਪਾਵੈ। ਇਹ ਸੱਚੇ ਪਾਤਸ਼ਾਹ ਜੀ ਤੈਨੂੰ ਪਾਉਂਦੇ ਹਾਂ ਤੇ ਆਪਣੀ ਬੰਦਗੀ ਕਰਾ ਲਾ, ਆਪਣੇ ਨਾਮ ਨੂੰ ਜਪਾ ਲੈਣਾ ਕਰ। ਸੁਖ ਤੇਰਾ ਦਿੱਤਾ ਲਈਐ। ਇਹ ਸੱਚੇ ਪਾਤਸ਼ਾਹ ਜਿਹੜੇ ਮੇਰੇ ਪਾਸ ਸੁੱਖ ਨੇ, ਸਹੂਲਤਾਂ ਨੇ, ਇਹ ਮੇਰੀਆਂ ਨਹੀਂ, ਆਪ ਜੀ ਦੀਆਂ ਬਖਸ਼ਿਸ਼ਾਂ ਦੇ ਵਿੱਚੋਂ ਮੈਂ ਇਸ ਸੰਸਾਰ ਅੰਦਰ ਸੁੱਖ ਜਿਹੜਾ ਹੈ, ਆਨੰਦ ਜਿਹੜਾ ਹੈ, ਆਪ ਜੀ ਦੀ ਕਿਰਪਾ ਦੇ ਸਦਕਾ ਮਹਾਰਾਜ ਭੋਗ ਰਿਹਾ ਹਾਂ। ਮੁਕਤ ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ ਹਨ। ਮੁਕਤ ਭੁਗਤ ਜੁਗਤ ਤੇਰੀ ਸੇਵਾ। ਇਹ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਜਿਹੜੀ ਸੇਵਾ ਹੈ, ਇਹ ਮੁਕਤੀ ਨੂੰ ਦੇਣ ਵਾਲੀ ਹੈ। ਫਿਰ ਜੁਗਤ, ਜੁਗਤ ਨਾਮ ਹੁੰਦਾ ਹੈ ਜੁਗਤੀ ਦਾ। ਉਹ ਕਿਹੜੀ ਜੁਗਤੀ ਹੈ? ਜਿਸ ਢੰਗ ਦੇ ਨਾਲ ਪ੍ਰਾਣੀ ਤੇਰੀ ਵਡਿਆਈ ਅੰਦਰ ਜੁੜਦਾ ਹੈ, ਤੇਰੀ ਸਿਫਤ ਅੰਦਰ ਜੁੜਦਾ ਹੈ, ਤੇਰੀ ਸੰਗਤ ਅੰਦਰ ਜੁੜਦਾ ਹੈ, ਤੇਰੇ ਨਾਮ ਅੰਦਰ ਜੁੜਦਾ ਹੈ। ਇਹ ਮਹਾਰਾਜ ਤੇਰੀ ਸੇਵਾ, ਤੇਰੀ ਸੇਵਾ ਕਰਕੇ ਹੀ ਮਨ ਨੀਵਾਂ ਹੁੰਦਾ ਹੈ, ਤੇਰੀ ਸੇਵਾ ਕਰਕੇ ਹੀ ਪਿਆਰ ਪੈਦਾ ਹੁੰਦਾ ਹੈ,
ਉਹ ਪਿਆਰ ਪੈਦਾ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ, ਉਹ ਪਿਆਰ ਪੈਦਾ ਹੋਇਆ ਭਾਈ ਗੁਰਦਾਸ ਜੀ ਦੇ ਅੰਦਰ, ਉਹ ਪਿਆਰ ਪੈਦਾ ਹੋਇਆ ਭਾਈ ਬਹਿਲੋ ਜੀ ਦੇ ਅੰਦਰ। ਮਹਾਰਾਜ ਜੀ ਨੇ ਬਚਨ ਵੀ ਕੀਤੇ, ਭਾਈ ਬਹਿਲੋ ਸਭ ਤੋਂ ਪਹਿਲੋ। ਉਹ ਪਿਆਰ ਪੈਦਾ ਹੋਇਆ ਭਾਈ ਮੰਝ ਦੇ ਅੰਦਰ, ਤੇ ਮਹਾਰਾਜ ਦੇ ਬਚਨ ਸਨ ਗੁਰੂ ਅਰਜਨ ਸਾਹਿਬ ਜੀਆਂ ਦੇ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਭਾਈ ਮੰਝ ਸਾਡੇ ਗੁਰੂ ਨਾਨਕ ਦੇ ਜਹਾਜ਼, ਗੁਰੂ ਨਾਨਕ ਦੇ ਘਰ ਦੇ ਜਹਾਜ਼ ਹਨ। ਤੂੰ ਇਹਨਾਂ ਦੀ ਸੰਗਤ ਕਰੇਗਾ, ਉਹ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ। ਇਹ ਕਿਹਨਾਂ ਤੇ ਬਖਸ਼ਿਸ਼ਾਂ ਹੋਈਆਂ ਜਿਹੜੇ ਆਖਦੇ ਨੇ ਮਹਾਰਾਜ ਤੇਰੀ ਸੇਵਾ ਕਰਕੇ ਮੁਕਤੀ ਹੈ, ਤੇਰੀ ਸੇਵਾ ਕਰਕੇ ਹੀ ਜੁਗਤੀਆਂ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਸ ਤੂੰ ਆਪ ਕਰਾ ਹੈ। ਪਰ ਸੱਚੇ ਪਾਤਸ਼ਾਹ ਸੇਵਾ ਵੀ ਉਹ ਕਰਦੇ ਨੇ ਜਿਨ੍ਹਾਂ ਤੇ ਤੇਰੀ ਕਿਰਪਾ ਹੁੰਦੀ ਹੈ, ਤੇਰੀ ਮਿਹਰ ਹੁੰਦੀ ਹੈ। ਤੇਰੀ ਮਿਹਰ ਹੋਵੇ ਤੇ ਕੋੜੀਆਂ ਦੇ ਕੋਟ ਦੇ ਦੁੱਖ ਦੂਰ ਹੋ ਜਾਂਦੇ ਨੇ। ਉਹ ਤੇਰੇ ਦਰ ਦੇ ਮੁਰੀਦ ਬਣ ਕੇ ਅਥਾਹ ਜਿਹੜੀ ਸੇਵਾ ਕਰਦੇ ਨੇ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਜਿਨ੍ਹਾਂ ਨੂੰ ਤੇਰੇ ਨਾਮ ਦਾ ਸਵਾਦ ਆਇਆ, ਉਹ ਤੇਰੇ ਦਰ ਦੇ ਸੇਵਕ ਬਣ ਕੇ ਅਥਾਹ ਸੇਵਾ ਕਰਦੇ ਹਨ। ਤਹਾਂ ਬਿਕੁੰਠ ਜੈ ਕੀਰਤਨ ਤੇਰਾ। ਕੀਰਤਨ ਨਾਮ ਹੁੰਦਾ ਹੈ। ਸਾਡੇ ਵਿਦਵਾਨਾਂ ਨੇ ਬੜੇ ਅਰਥ ਕੀਤੇ ਨੇ। ਕੀਰਤਨ ਨਾਮ ਜਸ ਦਾ ਵੀ ਹੁੰਦਾ ਹੈ, ਮਹਿਮਾ ਦਾ ਵੀ ਹੁੰਦਾ ਹੈ, ਵਡਿਆਈ ਦਾ ਵੀ ਹੁੰਦਾ ਹੈ, ਉਪਮਾ ਦਾ ਵੀ ਹੁੰਦਾ ਹੈ। ਕੀਰਤਨ ਨਾਮ ਜੋ ਰਾਗੀ ਸਿੰਘ ਪ੍ਰਤੱਖ ਕੀਰਤਨ ਕਰਦੇ ਨੇ। ਇਹ ਸੱਚੇ ਪਾਤਸ਼ਾਹ ਜਿੱਥੇ ਤੇਰੀ ਸਿਫਤ ਹੈ, ਜਿੱਥੇ ਤੇਰੀ ਵਡਿਆਈ ਹੈ, ਜਿੱਥੇ ਤੇਰਾ ਕੀਰਤਨ ਹੁੰਦਾ ਹੈ, ਮਹਾਰਾਜ ਉੱਥੇ ਸੱਚਖੰਡ ਹੀ ਬਣ ਜਾਂਦਾ ਹੈ। ਤੂੰ ਆਪੇ ਸ਼ਰਧਾ ਲਾਹੈ। ਫਿਰ ਮਹਾਰਾਜ ਆਪਣੇ ਪਿਆਰਿਆਂ ਨੂੰ, ਜਗਿਆਸੂਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸੰਗਤ ਨੂੰ ਆਪ ਹੀ ਆਪਣੀ ਜਿਹੜੀ ਸ਼ਰਧਾ ਹੈ, ਭਾਵਨਾ ਹੈ, ਪ੍ਰੇਮ ਹੈ, ਪੈਦਾ ਕਰਦੇ ਹੋ। ਸਿਮਰ 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 ਨਾਮ ਜੀਵਾ। ਇਹ ਸੱਚੇ ਪਾਤਸ਼ਾਹ ਮੈਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤੁਹਾਡੇ ਨਾਮ ਨੂੰ ਜਪਦਾ ਹਾਂ। ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਪਰ ਏਕੈ, ਨਾਮ ਜਪਤ ਅਗਣਤ ਅਨੇਕੈ। ਇਹ ਸੱਚੇ ਪਾਤਸ਼ਾਹ ਮਨ ਬਾਣੀ ਸਰੀਰ ਕਰਕੇ ਮੈਂ ਆਪ ਜੀ ਦੇ ਨਾਮ ਨੂੰ ਜਪਦਾ ਹਾਂ। ਤਨ ਮਨ ਹੋਏ ਨਿਹਾਲਾ। ਜਦੋਂ ਮੈਂ ਨਾਮ ਜਪਦਾ ਹਾਂ ਮਨ ਬਾਣੀ ਸਰੀਰ ਕਰਕੇ, ਮੇਰਾ ਤਨ ਵੀ ਮੇਰਾ ਮਨ ਵੀ ਨਿਹਾਲ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ। ਚਰਨ ਕਮਲ ਤੇਰੇ ਧੋਇ ਧੋਇ ਪੀਵਾ। ਇਹ ਸੱਚੇ ਪਾਤਸ਼ਾਹ ਮਹਾਰਾਜ ਮੈਂ ਆਪ ਜੀ ਦੇ ਚਰਨਾਂ ਕਮਲਾਂ ਨੂੰ ਧੋ ਧੋ ਕਰਕੇ ਪੀਂਦਾ ਹਾਂ। ਮੇਰੇ ਸਤਿਗੁਰੂ ਦੀਨ ਦਿਆਲਾ। ਇਹ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਮੇਰੇ ਸਤਿਗੁਰੂ ਜੀ ਹੋ। ਫਿਰ ਮਹਾਰਾਜ ਦੀਨ ਦਿਆਲਾ, ਦੀਨ ਨਾਮ ਹੈ ਗਰੀਬ ਦਾ, ਦਿਆਲਾ ਨਾਮ ਦਇਆ ਕਰਨ ਵਾਲਾ। ਸੱਚੇ ਪਾਤਸ਼ਾਹ ਆਪ ਜੀ ਗਰੀਬਾਂ ਤੇ ਦਇਆ ਕਰਨ ਵਾਲੇ ਹੋ। ਮੈਂ ਆਪ ਜੀ ਦੇ ਚਰਨਾਂ ਨੂੰ ਧੋ ਧੋ ਕਰਕੇ ਛਕਦਾ ਹਾਂ। ਕੁਰਬਾਨ ਜਾਈ ਉਸ ਵੇਲਾ ਸੁਹਾਵੇ। ਇਹ ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਤੋਂ, ਉਸ ਸਮੇਂ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਜੇ ਤੁਮਰੇ ਦੁਆਰੇ ਆਇਆ। ਜਿਸ ਵੇਲੇ ਸੱਚੇ ਪਾਤਸ਼ਾਹ ਮੈਂ ਚੱਲ ਕੇ ਆਪ ਜੀ ਦੇ ਦਰ ਤੇ ਆਇਆ, ਉਸ ਵੇਲੇ ਤੋਂ, ਉਸ ਸਮੇਂ ਤੋਂ ਮੈਂ ਬਲਿਹਾਰ ਹਾਂ, ਕੁਰਬਾਨ ਹਾਂ। ਨਾਨਕ ਕੋ ਪ੍ਰਭ ਭਏ ਦਿਆ ਕਿਰਪਾਲਾ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਸ਼ਬਦ ਦੀ ਸਮਾਪਤੀ ਕਰਦੇ ਨੇ ਕਿ ਜਿਨ੍ਹਾਂ ਤੇ ਗੁਰੂ ਜੀ ਮਿਹਰ ਕਰ ਦਿੰਦੇ ਹਨ, ਦਇਆ ਕਰ ਦਿੰਦੇ ਹਨ, ਕਿਰਪਾ ਕਰ ਦਿੰਦੇ ਹਨ। ਸਤਿਗੁਰ ਪੂਰਾ ਪਾਇਆ। ਤੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਭਾਈ ਪੂਰਾ ਗੁਰੂ ਜਿਹੜਾ ਹੈ ਮਿਲ ਜਾਂਦਾ ਹੈ। ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਤੇ ਪੂਰਿਆਂ ਗੁਰਾਂ ਦੇ ਗੀਤ ਗਾਉਂਦੇ ਹਨ। ਉਹ ਤੇ ਆਖਦੇ ਨੇ ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹਿਲੇ, ਕਰ ਕਿਰਪਾ ਪ੍ਰਭ ਮਿਲੇ। ਉਹ ਕਹਿੰਦੇ ਅਸੀਂ ਸੰਸਾਰ ਦੇ ਕਿਧਰ ਵੀ ਜਾਂਦੇ ਹਾਂ, ਜਿੱਧਰ ਵੀ ਜਾਂਦੇ ਹਾਂ, ਉਹ ਪਰਮਾਤਮਾ ਸਾਡੇ ਅੰਗ ਸੰਗ ਹੈ। ਸਾਰੇ ਪਾਸੇ ਸਾਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਐਸੀ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਗੁਰਸਿੱਖਾਂ ਤੇ ਕਿਰਪਾ ਕਰ ਦਿੰਦੇ ਹਨ।
ਉਹਨਾਂ ਨੂੰ ਨਾਮ ਦੀ, ਸਿੱਖੀ ਦੀ, ਭਗਤੀ ਦੀ ਜਿਹੜੀ ਦਾਤ ਹੈ ਉਹ ਬਖਸ਼ਿਸ਼ ਕਰ ਦਿੰਦੇ ਨੇ। ਨਾਨਕ ਨਦਰੀ, ਨਦਰ ਨਿਹਾਲ। ਨਦਰੀ ਜਿਹੜਾ ਸ਼ਬਦ ਹੈ ਫਾਰਸੀ ਦਾ ਹੈ। ਫਾਰਸੀ ਅੰਦਰ ਨਾਮ ਹੈ ਮਿਹਰ ਦਾ। ਜਿਨ੍ਹਾਂ ਤੇ ਗੁਰੂ ਦੀ ਮਿਹਰ ਹੁੰਦੀ ਹੈ, ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਨਾਂ ਨੂੰ ਗੁਰੂ ਮਿਲ ਜਾਂਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ। ਜੋ ਆਪਾਂ ਪੜ੍ਹਿਆ, ਜੋ ਆਪਾਂ ਸੁਣਿਆ, ਮਹਾਰਾਜ ਸਾਨੂੰ ਕਮਾਉਣ ਦੀ ਦਾਤ ਬਖਸ਼ਿਸ਼ ਕਰਨ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜੇ ਤੁਮਰੇ ਦੁਆਰੇ ਆਇਆ। ਨਾਨਕ ਕੋ ਪ੍ਰਭ ਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।